बार बार जगदीसा जिसमें अमृत ज्ञान है नानक भगत राग श्री गुरु ग्रंथ साहिब तद कर अनुराग सच गुरु प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए। सतनाम वाहिगुरु साहिब जी। गुरु गरीब निवाज धन धन साहिब श्री गुरु नानक देव जी महाराज। जाग्यो गर्भ भाग जग तेरो तम समसर को और न हेरो। असन वसन सादर सो दीजै अवहेलन नह तिन को कीजै। वाहिगुरु जी का खालसा वाहिगुरु जी की फतेह। जुगो जुग पटाल चवर छत्र तख्त दे मालक दीना बंधु भगत वशल निमाणिया नूं माण बख्शिशन वाले निपत्तियां नूं पत देण वाले निशत्तियां नूं छत देण वाले सतगुरु धन श्री गुरु ग्रंथ साहिब महाराज की पावन गोदी अंदर आप गुरु प्यारियां संगतां दूरों नेड़ियों शरधा भावना दे नाल चल करके पहुँचे हो। सतगुरु महाराज आप जियां दी यात्रा नूं सफल करन। धन सो वेला घड़ी धन धन मूरत फलसार धन सो दिनस संजोगड़ा जित डिठा। धन मेरे पातशाह कहंदे वो टाइम वो घड़ी वो मूरत वो वेला बहुत ही धन है। सतगुरु केड़ा कहंदे महाराज जदों तेरे दर्शन हुंदे आखो सतनाम। जदों तेरी संगत विच सानू भी थां मिल जाती है। सो गुरु महाराज जी के लड़ीवार इतिहास चल रहे ने आपां सरवण कर रहे हैं। आओ 2-4 मिनट सुरती बिरती नूं एकाग्र करके राए भोए दी तलवंडी दे दर्शन करने हैं। शरीर करके आपां बौली साहिब बैठे हाँ, आत्मा करके आपां बाबे दे ननकाणे साहिब को जाना है। भावना दे नाल प्रेम प्रतीत दे नाल सारी संगत आखो वाहिगुरु जी का खालसा वाहिगुरु जी की फतेह। ओंकार सतनाम करता पुरख पुरख
ਕਰਤਾ ਪੁਰਖ ਦੀਨ ਦਇਆਲ ਪਰੋਸੇ ਤੇਰੇ। ਦੀਨ ਦਇਆਲ ਪਰੋਸੇ ਤੇਰੇ। ਦੀਨ ਦਇਆਲ ਪਰੋਸੇ ਤੇਰੇ। ਸਭ ਪਰਵਾਰ ਚੜਾਇਆ ਸਭ ਪਰਵਾਰ ਚੜਾਇਆ ਬੇੜੇ। ਸਭ ਪਰਵਾਰ ਚੜਾਇਆ ਬੇੜੇ। ਸਭ ਪਰਵਾਰ ਚੜਾਇਆ ਬੇੜੇ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੇ। 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 ਇਸ ਬੇੜੇ ਕੋ ਪਾਰ ਲੰਘਾਵੇ। 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 ਦੀਨ ਦਇਆਲ ਪਰੋਸੇ ਤੇਰੇ। ਦੀਨ ਦਇਆਲ ਪਰੋਸੇ ਤੇਰੇ। ਦੀਨ ਦਇਆਲ ਪਰੋਸੇ ਤੇਰੇ। ਦੀਨ ਦਇਆਲ ਪਰੋਸੇ ਤੇਰੇ। ਸੰਗਤ ਜੀ, ਭਰੋਸਾ ਹੈ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿ ਸਤਿਗੁਰੂ ਬਾਕੀ ਤੇ ਕੋਈ ਸਾਥ ਦੇਵੇ ਨਾ ਦੇਵੇ, ਪਰ ਤੂੰ ਜਿਹਦੀ ਵੀ ਇੱਕ ਵਾਰੀ ਬਾਂਹ ਫੜ ਲਈ ਉਹਦਾ ਬੇੜਾ ਬੰਨੇ ਲਾਤਾ। ਧੰਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਦਾਤੇ, ਪਿਆਰ ਦੀ ਮੂਰਤ ਹੈ। ਆਓ ਸਾਧ ਸੰਗਤ ਚੱਲੀਏ ਰਾਏ ਭੋਏ ਦੀ ਤਲਵੰਡੀ। ਸਾਰੀ ਸੰਗਤ ਕਰੋ ਰਸਨਾ ਪਵਿੱਤਰ ਆਖੋ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਰਿਤ ਭੇਦ ਕਾਲੂ ਬੁਲਵਾਇਓ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ
ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ, ਜਿਹਦੇ ਕੋਲ 36-38 ਹਜ਼ਾਰ ਕਿੱਲਾ ਜ਼ਮੀਨ ਹੈ। ਆਖੋ ਸਤਨਾਮ। ਕਿੰਨਾ ਅਮੀਰ ਸੀ ਉਹ, ਪਰ ਦਿਲ ਦਾ ਵੀ ਅਮੀਰ ਹੈ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਕੌਤਕ ਨੂੰ ਵੇਖਿਆ। ਐਸੀ ਗੱਲ ਵਕੜੀ ਪਾਈ, ਪਿਛਲੇ ਪ੍ਰਸੰਗ 'ਚ ਆਇਆ ਸੀ। ਆਉਂਦੇ ਤੇ ਆਪਾਂ ਵੀ ਹੈਗੇ ਹਾਂ ਗੁਰੂ ਘਰ, ਪਰ ਲਾਜ਼ਮੀ ਨਹੀਂ ਵੀ ਗੁਰੂ ਮਿਲ ਪਿਆ ਹੋਵੇ। ਸਾਰੇ ਨਿਤਨੇਮ ਕਰਦੇ, ਸਹਿਜ ਪਾਠ ਕਰਦੇ, ਪਰ ਲਾਜ਼ਮੀ ਨਹੀਂ ਗੁਰੂ ਮਿਲਿਆ ਹੋਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਰਗੁਣ ਸਰੂਪ ਦੇ ਵਿੱਚ ਕਿਸੇ ਨੂੰ ਪ੍ਰਤੱਖ ਦੇ ਵਿੱਚ ਗਲਵੱਕੜੀ ਪਾਉਣ ਦਾ ਮੌਕਾ ਮਿਲਿਆ, ਤੇ ਬਾਪੂ ਰਾਏ ਬੁਲਾਰ ਨੂੰ, ਜਿਨ੍ਹਾਂ ਬਹੁਤ ਨੇੜੇ ਹੋ ਕੇ ਮਹਾਰਾਜ ਨੂੰ ਗਲਵੱਕੜੀ ਪਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਪੂ ਤੂੰ ਰੋਂਦਾ ਕਿਉਂ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਗੋਂ ਰਾਏ ਬੁਲਾਰ ਕਹਿੰਦਾ, ਪਾਤਸ਼ਾਹ ਰੋਵਾਂ ਨਾ ਤਾਂ ਹੋਰ ਕੀ ਕਰਾਂ। ਕਹਿੰਦੇ ਮੇਰੇ ਕਿੰਨੇ ਭਾਗ ਵੱਡੇ ਵੀ ਮੇਰੇ ਰਾਜ ਵਿੱਚ ਤੁਹਾਡਾ ਪ੍ਰਕਾਸ਼ ਹੋਇਆ। ਤੁਸੀਂ ਆਏ ਹੋ ਮੇਰੇ ਵਿਹੜੇ ਦੇ ਵਿੱਚ, ਮੈਨੂੰ ਭਾਗ ਲੱਗ ਗਏ। ਔਰ ਕਿੰਨਾ ਭਾਗਾਂ ਵਾਲਾ ਸੀ ਬਾਪੂ ਰਾਏ ਬੁਲਾਰ, ਜਿਹਨੂੰ ਮਹਾਰਾਜ ਦਾ ਮਸਤਕ ਚੁੰਮਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਇਸ ਕਰਕੇ ਸਾਧ ਸੰਗਤ ਜੀ, ਸਾਰੀ ਜ਼ਿੰਦਗੀ 'ਚ ਬੰਦੇ ਨੇ ਬੜਾ ਕੁਝ ਕਮਾਇਆ ਹੁੰਦਾ, ਬੜਾ ਕੁਝ ਗਵਾਇਆ ਹੁੰਦਾ। ਕਈਆਂ ਨਾਲ ਮਿਲਣੀਆਂ ਕੀਤੀਆਂ, ਕਈਆਂ ਨਾਲ ਰੁੱਸਿਆ ਹੁੰਦਾ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ, ਜਿਹੜੇ ਗੁਰੂ ਸਾਹਿਬ ਨੂੰ ਮਿਲ ਲੈਂਦੇ ਹਨ। ਕਿਆਮਤ ਕਾ ਦਿਨ ਆ ਗਿਆ ਰਫਤਾ ਰਫਤਾ, ਮੁਲਾਕਾਤ ਕਾ ਦਿਨ ਬਦਲਤੇ ਬਦਲਤੇ। ਆਏ ਸੀ ਆਪਾਂ ਸਾਰੇ ਗੁਰੂ ਸਾਹਿਬ ਨੂੰ ਮਿਲਣਾ, ਪਰ ਧੰਦੇ ਹੀ ਇੱਦਾਂ ਦੇ ਖਿਲਾਰਲੇ, ਕਹਿੰਦੇ ਜੀ ਟਾਈਮ ਹੀ ਨਹੀਂ ਲੱਗਦਾ, ਸਰਦਾ ਹੀ ਨਹੀਂ ਹੈ। ਤੋ ਇਸ ਕਰਕੇ ਜਿਨ੍ਹਾਂ ਦੇ ਅੰਦਰ ਖਿੱਚ ਸੀ, ਉਹ ਪਿਆਰ ਵਾਲਿਆਂ ਦੀ ਕਥਾ ਹੈ। ਘਰ ਦੇ ਵਿੱਚ ਗਏ, ਕਿਸੇ ਨੂੰ ਬੁਲਾਇਆ ਨਹੀਂ, ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਬੜੇ ਪ੍ਰੇਮ ਦੇ ਵਿੱਚ ਚੌਂਕੜਾ ਮਾਰ ਕੇ ਕਿਸੇ ਵੱਖਰੇ ਰਸ ਵਿੱਚ ਭੇਜ ਗਏ ਹਨ। ਤੇ ਫਿਰ ਕੀ ਕੀਤਾ? ਕਹਿਣ ਲੱਗੇ, ਇੱਕ ਨੌਕਰ ਨੂੰ ਆਵਾਜ਼ ਮਾਰੀ, ਕਹਿੰਦੇ ਬੇਟਾ ਜਾ ਪਟਵਾਰੀ ਸਾਹਿਬ ਦੇ ਘਰੇ ਜਾ, ਉਹਨਾਂ ਨੂੰ ਜਾ ਕੇ ਕਹੀਂ ਤੁਹਾਨੂੰ ਰਾਏ ਬੁਲਾਰ ਜੀ ਨੇ ਯਾਦ ਕੀਤਾ ਹੈ। ਪਹਿਲਿਆਂ ਲੋਕਾਂ ਦਾ ਬੜਾ ਤੇਹ ਹੁੰਦਾ ਸੀ, ਚਿੱਠੀ ਆਉਣੀ, ਪਹਿਲਾਂ ਮੱਥਾ ਟੇਕਣਾ, ਫਿਰ ਹੱਥ ਧੋ ਕੇ ਸਾਫ਼ ਕਰਕੇ ਫਿਰ ਮਹਾਰਾਜ ਦਾ ਨਾਮ ਲੈ ਕੇ ਚਿੱਠੀ ਖੋਲ੍ਹਣੀ। ਕਿੰਨਾ ਪਿਆਰ ਸੀ। ਹੁਣ ਤਾਂ ਮੋਬਾਈਲ ਨੇ ਸਾਰਾ ਪਿਆਰ ਹੀ ਖਤਮ ਕਰਤਾ। ਆਖੋ ਸਤਨਾਮ। ਤੋ ਇਸ ਕਰਕੇ ਉਹ ਸੁਨੇਹੇ ਨੂੰ ਕਬੂਲ ਕੀਤਾ, ਤੇ ਬੜੇ ਪ੍ਰੇਮ ਦੇ ਨਾਲ ਰਾਏ ਬੁਲਾਰ ਜੀ ਨੇ ਉਹ ਜਿਹੜਾ ਸੱਦਾ ਸੀ ਪਟਵਾਰੀ ਮਹਿਤਾ ਕਲਿਆਣ ਦਾਸ ਨੂੰ ਭੇਜਿਆ ਹੈ। ਤੇ ਹੁਣ ਕਿਸੇ ਰਾਜੇ ਦਾ ਸੱਦਾ ਪਟਵਾਰੀ ਨੂੰ ਆਵੇ ਤੇ ਜਾਣਾ ਤੇ ਪਵੇਗਾ ਹੀ। ਕਹਿੰਦੇ ਮਹਿਤਾ ਕਲਿਆਣ ਦਾਸ ਜੀ ਨੂੰ ਇਹ ਲਿਖਿਆ ਹੈ ਕਿ ਜਦੋਂ ਤੁਸੀਂ ਸੁਨੇਹਾ ਪੜ੍ਹੋ ਛੇਤੀ ਆ ਜਿਓ, ਰੁਕਿਓ ਨਾ, ਦੇਰੀ ਨਾ ਲਾਇਓ। ਤੇ ਇੰਨਾ ਕੁ ਪਿਆਰ ਹੈ, ਉਸੇ ਵਕਤ ਕੰਮ ਛੱਡ ਦਿੱਤਾ, ਪਿਆਰੇ ਵਾਸਤੇ ਤੁਰ ਪਏ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਬਤ ਸੋਚਦੇ ਜਾਂਦੇ ਨੇ, ਪਟਵਾਰੀ ਸਾਹਿਬ ਵੀ ਪਤਾ ਨਹੀਂ ਕਿਹੜੀ ਗਲਤੀ ਕਰਦੀ ਹੁਣ, ਜਿਹੜਾ ਅੱਜ ਫੇਰ ਸੱਦ ਲਿਆ ਹੈ ਰਾਜਾ ਰਾਏ ਬੁਲਾਰ ਨੇ। ਐਸੀ ਮਨ ਦੇ ਵਿੱਚ ਸੋਚ ਆ ਰਹੀ ਹੈ, ਤੇ ਜਾ ਕੇ ਪਹੁੰਚ ਗਏ ਰਾਏ ਬੁਲਾਰ ਜੀ ਦੇ ਦਰਬਾਰ ਵਿੱਚ। ਤੇ ਅੱਗੋਂ ਰਾਏ ਬੁਲਾਰ ਜੀ ਬੂਹੇ 'ਚ ਖੜੋਤੇ ਹੋਏ। ਆਖੋ ਸਤਨਾਮ। ਬੜੇ ਪ੍ਰੇਮ ਦੇ ਨਾਲ ਦੋਨਾਂ ਨੇ ਗਲਵੱਕੜੀ ਪਾਈ, ਭਰਾਵਾਂ ਵਰਗਾ ਪਿਆਰ ਸੀ, ਪ੍ਰੇਮ ਦੇ ਨਾਲ ਮਿਲੇ ਸੀ। ਪਹਿਲੇ ਬਜ਼ੁਰਗ ਪਤਾ ਕਿੰਨਾ ਚਾਅ ਕਰਕੇ ਮਿਲਦੇ ਸੀ। ਅੱਜ ਵੀ ਪੁਰਾਣੇ ਬਜ਼ੁਰਗ ਮਿਲਣੀ ਕਰਦੇ ਵੇਖਿਓ, ਕਿੰਨਾ ਕਿੰਨਾ ਚਿਰ ਜੱਫੀ ਪਾਉਣਗੇ, ਕਿੰਨਾ ਕਿੰਨਾ ਚਿਰ ਹੱਥ ਫੜੀ ਰੱਖਣਗੇ ਇੱਦਾਂ। ਤੇ ਆ ਜਿਹੜੀ ਆਉਣ ਵਾਲੀ ਜਨਰੇਸ਼ਨ, ਇਹ ਤੇ ਗਈ ਕਿ ਇਹ ਤਾਂ ਬਸ ਦੂਰੋਂ ਹੀ ਕਹਿੰਦੇ ਹੈਲੋ ਤੇ ਹਾਏ, ਹਾਏ ਹਾਏ ਹੋਈ ਜਾਂਦਾ। ਆਖੋ ਸਤਨਾਮ। ਤੋਂ ਪਹਿਲਿਆਂ ਦਾ ਭਾਵ, ਮੈਂ ਸਵੇਰੇ ਵੀ ਵਚਨ ਕਰ ਰਿਹਾ ਸੀ ਵੀ ਸਭ ਤੋਂ ਪਹਿਲਾ ਜਕਾਰਾ ਕਿਹਨੇ ਲਿਆਂਦਾ ਭਲਾ? ਆਪਾਂ ਸਾਰੇ ਸਿੱਖ ਬੈਠੇ ਹਾਂ, ਤੁਸੀਂ ਅਕਸਰ ਜਕਾਰਾ ਛੱਡਦੇ ਆ ਗੁਰੂ ਘਰ 'ਚ ਜਾਂ ਕਿਤੇ ਚੜ੍ਹਦੀ ਕਲਾ 'ਚ, ਇਹ ਕਿੰਨੇ ਬੁਲਾਇਆ ਸਭ ਤੋਂ ਪਹਿਲਾਂ? ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਬਗਦਾਦ ਦੀ ਫੇਰੀ ਪੜ੍ਹਿਓ ਕਿਤਾਬ ਮਹਾਰਾਜ ਦੀ, ਉੱਥੇ ਜਾ ਕੇ ਮਹਾਰਾਜ ਨੇ ਸਭ ਤੋਂ ਪਹਿਲਾਂ ਜਕਾਰਾ ਛੱਡਿਆ ਸੀ। ਮਹਾਰਾਜ ਕਹਿੰਦੇ, ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਸੋ ਪ੍ਰਭੂ ਕਿਰਪਾਲ, ਸਰਬ ਜੀਆਂ ਦਇਆਲ। ਇਹ ਬਚਨ ਲਿਖੇ ਇਤਿਹਾਸ ਦੇ। ਅਸੀਂ ਪਹਿਲਾ ਜਕਾਰਾ ਛੱਡਿਆ ਸੀ ਬਗਦਾਦ ਵਿੱਚ। ਤੇ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਉੱਥੋਂ ਦੇ ਲੋਕਾਂ ਨੇ ਸੁਣਿਆ ਨਾ ਬਾਬੇ ਨੂੰ, ਸੁਣ ਮੁਨ ਨਗਰੀ ਪਈ।
ਦੇਖ ਪੀਰ ਭਇਆ ਹੈਰਾਨਾ, ਸਾਰਿਆਂ ਦੇ ਹੋਸ਼ ਉੱਡ ਗਏ ਵੀ ਇਹ ਕੌਣ ਹੈ? ਆਹ ਕਲਾਮ ਤਾਂ ਸਾਡੇ ਖੁਦਾ ਦੇ ਘਰ 'ਚ ਕਦੇ ਸੁਣਿਆ ਹੀ ਨਹੀਂ ਅੱਗੇ। ਤੇ ਅੱਜ ਵੀ ਜਦੋਂ ਜੰਗ 'ਚ ਛਿੜਦੀ ਹੈ, ਜਿਹੜੇ ਆਰਮੀ ਵਾਲੇ ਵੀਰ ਨੇ ਖਾਸ ਕਰਕੇ ਜਿਨ੍ਹਾਂ ਨੇ ਸੇਵਾ ਨਿਭਾਈ ਹੈ, ਉੱਥੇ ਪਤਾ ਲੱਗਦਾ। ਕਹਿਣ ਲੱਗੇ ਜਿਹੜਾ ਜਕਾਰਾ ਨਾ ਸਿੱਖਾਂ ਦਾ, ਜਦੋਂ ਇਹ ਛੱਡਦੇ ਆ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ, ਅੱਧਾ ਜੰਗ ਤੇ ਉਦੋਂ ਹੀ ਜਿੱਤ ਲੈਂਦੇ। ਇਹਨਾਂ ਦਾ ਕਲਮਾ ਬੜਾ ਮਹਾਨ ਹੈ, ਅਹਿਲੇ ਕਲਾਮ ਅਹਿਲੇ ਜ਼ੁਬਾਨ, ਇਹ ਚੀਜ਼ਾਂ ਬੜਾ ਤੱਤ ਰੱਖਦੀਆਂ ਨੇ ਸਾਧ ਸੰਗਤ ਜੀ। ਹੁਣ ਤੱਕ ਗੋਰੇ ਲੋਕ ਵੀ ਕਿੰਨੇ ਚਾਅ ਨਾਲ ਫਤਿਹ ਬੁਲਾਉਣ ਲੱਗ ਪਏ। ਮੂਲ ਮੰਤਰ ਪੜ੍ਹਦੇ ਸਾਨੂੰ ਪਤਾ ਨਹੀਂ ਕਿਉਂ ਦੂਰ ਹੋ ਗਏ। ਤੋ ਕਹਿੰਦੇ ਪਟਵਾਰੀ ਸਾਹਿਬ ਜੀ ਪਹੁੰਚੇ, ਬੜਾ ਪਿਆਰ ਕੀਤਾ ਹੈ। ਸੁਤ ਕੋ ਸੁਤ ਜਾਨੋ ਨਾਹੀ। ਕਹਿੰਦੇ ਰਾਏ ਬੁਲਾਰ ਜੀ ਦੇ ਗਲ ਵਿੱਚ ਇੱਕ ਕੱਪੜਾ ਪਾਇਆ। ਪੁਰਾਣੇ ਬਜ਼ੁਰਗ ਆਪਣੇ ਕੋਲ ਇੱਕ ਪਰਨਾ ਰੱਖਦੇ ਹੁੰਦੇ ਸੀ ਪੱਕਾ, ਇੱਕ ਡੰਡਾ। ਉਹ ਵੀ ਕੋਈ ਬਹੁਤ ਵੱਡੇ ਇਤਿਹਾਸ ਦੇ ਤੱਥ ਨੇ। ਅੱਜ ਤਾਂ ਗੁਰਦੁਆਰੇ ਆ ਕੇ ਇੱਥੇ ਖੜੋ ਕੇ ਕਹਿਣਗੇ ਬਾਬਾ ਜੀ ਰੁਮਾਲ ਹੈਗਾ। ਮੈਂ ਕਿਹਾ ਕੀ ਕਰਨਾ, ਕਿਤੇ ਮੱਥਾ ਟੇਕਣਾ। ਰੁਮਾਲ ਵੀ ਭਾਰਾ ਲੱਗਣ ਲੱਗ ਪਿਆ। ਤੇ ਭੈਣਾਂ ਕਹਿੰਦੀਆਂ ਅਸੀਂ ਕਿਹੜਾ ਘੱਟ ਆ। ਉਹ ਵੀ ਕਹਿਣਗੇ ਬਾਬਾ ਰੁਮਾਲ ਹੈਗਾ। ਮੈਂ ਕਿਹਾ ਭੈਣੇ ਚੁੰਨੀ ਕਿੱਥੇ ਹੈ? ਕਹਿੰਦੇ ਸੌਰੀ ਉਹ ਤੇ ਘਰੇ ਰਹਿ ਗਈ ਹੈ। ਜਿਸ ਕੌਮ ਦੇ ਬੱਚੇ ਚੁੰਨੀ ਤੇ 2 ਮੀਟਰ ਪਰਨਾ ਸਿਰ ਤੇ ਨਹੀਂ ਚੁੱਕ ਸਕਦੇ, ਕੌਮ ਕਿੱਥੋਂ ਆਜ਼ਾਦੀ ਮਾਣ ਲੇਗੀ? ਕਿਤਨਾ ਆਪਾਂ ਅੱਗੇ ਨਿਕਲ ਜਾਵਾਂਗੇ? ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ। ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਧੰਨ ਮੇਰੇ ਪਾਤਸ਼ਾਹ ਮਹਾਰਾਜ। ਕਹਿਣ ਲੱਗੇ ਪ੍ਰੇਮ ਦੇ ਵਿੱਚ ਰਾਏ ਬੁਲਾਰ, ਨੇਤਰ ਭਰ ਆਏ। ਪਟਵਾਰੀ ਸਾਹਿਬ ਕਹਿੰਦੇ ਬਾਪੂ ਕੀ ਗੱਲ ਹੈ, ਕਾਹਤੋਂ ਰੋ ਰਿਹਾ ਹੈ? ਦੂਜੀ ਗੱਲ ਹੀ ਨਹੀਂ ਆਈ। ਤੇ ਕਹਿਣ ਲੱਗੇ ਬੜੇ ਪ੍ਰੇਮ ਦੇ ਵਿੱਚ, ਨਿਜ ਸੁਤ ਕੋ ਸੁਤ ਜਾਨੋ ਨਾਹੀ। ਕਹਿੰਦੇ ਪਟਵਾਰੀ ਸਾਹਿਬ ਆਪਣੇ ਪੁੱਤ ਨੂੰ ਪੁੱਤ ਨਾ ਜਾਣੀ। ਆਖੋ ਸਤਿਨਾਮ। ਲੱਗਦਾ ਦੂਜਿਆਂ ਬੱਚਿਆਂ ਵਰਗਾ ਹੀ ਇਹਦਾ ਚਿਹਰਾ ਮੋਹਰਾ, ਕੱਪੜੇ ਵੀ। ਪਰ ਇੱਕ ਹੱਥ ਜੋੜ ਕੇ ਬੇਨਤੀ, ਪਟਵਾਰੀ ਸਾਹਿਬ ਇਹਨੂੰ ਬੱਚਾ ਨਾ ਜਾਣੀ। ਕਹਿਣ ਲੱਗੇ ਤੂੰ ਧੰਨ ਹੈ ਮਹਿਤਾ ਕਲਿਆਣ ਦਾਸ ਜੀ, ਤੁਸੀਂ ਵੀ ਕਹਿ ਦੋ ਭਾਈ, ਧੰਨ ਧੰਨ ਭਾਈ ਮਹਿਤਾ ਕਲਿਆਣ ਦਾਸ, ਧੰਨ ਧੰਨ ਭਾਈ ਜਿਹਦੇ ਘਰ ਰੱਬ ਆਇਆ। ਕੋਈ ਸੌਖੀ ਖੇਡ ਥੋੜਾ ਏ, ਬੜੀ ਜਨਮਾਂ ਜਨਮਾਂ ਦੀ ਕਮਾਈ ਹੁੰਦੀ। ਫਿਰ ਜਾ ਕੇ ਕਿਤੇ ਸੂਰਬੀਰ ਮਹਾਂਪੁਰਖ ਘਰ ਦੇ ਵਿੱਚ ਪੈਰ ਪਾਉਂਦੇ ਐ। ਤਾਂ ਉਸ ਵੇਲੇ ਕਹਿੰਦੇ ਹਨ ਕਿ ਤੂੰ ਧੰਨ ਹੈ, ਤੂੰ ਧੰਨ ਹੈ। ਹੁਣ ਪਟਵਾਰੀ ਹੈਰਾਨ ਸੀ। ਉਹ ਤਾਂ ਡਰਦਾ ਆਉਂਦਾ ਸੀ ਵੀ ਅਫਸਰ ਨੇ ਸੱਦਿਆ, ਝਿੜਕਾਂ ਪੈਣੀਆਂ, ਇਹ ਕੀ ਬਣਦਿਆ ਏ। ਪਰ ਜਿੰਨੇ ਕਮਾਈ ਕਰਦੇ ਉਹਨਾਂ ਨੂੰ ਝਿੜਕਾਂ ਨਹੀਂ, ਸਤਿਕਾਰ ਮਿਲਦਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੀ ਕਿਸੇ ਨੇ ਸ਼ਿਕਾਇਤ ਕੀਤੀ, ਆਰਮੀ 'ਚ ਸੀ। ਕਹਿੰਦੇ ਜੀ ਡਿਊਟੀ ਤਾਂ ਕਰਦੇ ਨਹੀਂ, ਤਾਂ ਪਾਠ ਹੀ ਕਰੀ ਜਾਂਦੇ। 24 ਘੰਟੇ ਤਾਂ ਆਪਣੀ ਡਿਊਟੀ ਸਮਝਦੇ ਨਹੀਂ। ਜਿਹੜਾ ਵੱਡਾ ਆਫੀਸਰ ਸੀ ਉਹ ਕਹਿੰਦਾ ਕੋਈ ਨਹੀਂ, ਅੱਜ ਰਾਤ ਨੂੰ ਮੈਂ ਆਪ ਚੈੱਕ ਕਰਾਂਗਾ। ਤੇ ਉਸ ਵੇਲੇ ਜਦੋਂ ਗਏ ਤੇ ਕੀ ਵੇਖਿਆ, ਬਾਬਾ ਜੀ ਡਿਊਟੀ ਤੇ ਮੌਜੂਦ ਹੈ। ਤੇ ਦੂਜੇ ਪਾਸੇ ਜਾ ਕੇ ਵੇਖਦੇ ਆ ਤੇ ਬਾਮਪੁਰਖ ਬਾਣੀ ਪੜ੍ਹਦੇ ਪਏ ਹੈ। ਇਹ ਘਟਨਾ ਕਈ ਥਾਵਾਂ ਤੇ ਘਟੀਆਂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉੱਥੇ ਕੈਦ ਕੀਤਾ ਸੀ ਨਾ ਦਿੱਲੀ, ਤੇ ਉੱਥੇ ਵੀ ਕਿਸੇ ਨੇ ਸ਼ਿਕਾਇਤ ਕੀਤੀ ਔਰੰਗਜ਼ੇਬ ਨੂੰ ਕਿ ਗੁਰੂ ਤੇਗ ਬਹਾਦਰ ਤੇ ਕਿਸੇ ਦੇ ਘਰ ਪ੍ਰਸ਼ਾਦਾ ਛਕ ਰਹੇ ਰਾਤ। ਉਹਨੇ ਫਿਰ ਸਾਰੇ ਕੈਦੀਆਂ ਨੂੰ, ਸਾਰੇ ਜੇਲਰਾਂ ਨੂੰ ਤਾੜਿਆ ਵੀ ਕਿੰਨੇ ਛੱਡਿਆ। ਉੱਥੋਂ ਦਾ ਦਰੋਗਾ ਕਹਿਣ ਲੱਗਾ ਕਸਮ ਖਾਨਾ ਔਰੰਗਜ਼ੇਬ ਕੁਰਾਨ ਦੀ, ਇੱਥੇ ਤਾਂ ਚਿੜੀ ਨਹੀਂ ਚੂਕ ਸਕਦੀ, ਹੱਥ ਘੜੀਆਂ ਲੱਗੀਆਂ ਤੇ ਗੁਰੂ ਸਾਹਿਬ ਕਿੱਦਾਂ ਨਿਕਲ ਗਏ। ਉਹ ਜਿੰਨੇ ਵੀ ਜੇਲਰ ਸਾਰਿਆਂ ਨੂੰ ਪੁੱਛਿਆ, ਕਹਿਣ ਲੱਗੇ ਮਹਾਰਾਜ ਇੱਥੇ ਜਿੰਦਰੇ ਬੜੇ ਬੜੇ ਲੱਗੇ ਆ। ਹੁਣ ਔਰੰਗਜ਼ੇਬ ਉਹਦੇ ਘਰ ਗਿਆ, ਉਹ ਕਹਿੰਦਾ ਮਹਾਰਾਜ ਆਏ, ਪ੍ਰਸ਼ਾਦਾ ਛਕ ਕੇ ਗਏ ਆ, ਕਿਉਂਕਿ ਗੁਰੂ ਬੰਧਨਾਂ ਤੋਂ ਮੁਕਤ ਹੈ, ਕਿਸੇ ਬੰਧਨ 'ਚ ਨਹੀਂ ਆਉਂਦਾ। ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਸਾਨੂੰ ਵੀ ਬੰਧਨ ਮੁਕਤ ਕਰਦੇ ਹਨ। ਹੱਥ ਜੋੜ ਕੇ ਚਿੱਟਾ ਦਾੜਾ ਨਾਭੀ ਤੱਕ ਪਹੁੰਚਦਾ। ਅੱਜ ਵੀ ਕਈਆਂ ਨੂੰ ਬੜਾ ਰੱਬ ਨੇ ਗਿਫਟ ਦਿੱਤਾ ਜਿਨ੍ਹਾਂ ਨੂੰ ਕਦਰ ਹੈ। ਕੈਨੇਡਾ ਦੇ ਵਿੱਚ ਇੱਕ ਸੱਜਣ ਹੈ ਸਾਡਾ, ਬੜਾ ਭਿੱਜੀ ਹੋਈ ਆਤਮਾ, 6.5 ਫੁੱਟ ਦਾੜਾ ਉਹਦਾ, ਤੇ ਉਹ ਸੋਨੇ ਦੀ ਡੱਬੀ 'ਚ ਕੇਸ ਪਾਉਂਦਾ ਜਦੋਂ ਦਾੜਾ ਪਾਉਂਦਾ। ਤੇ ਇੱਥੇ ਤੇ ਭਾਵੇਂ ਥੋੜਾ ਜਿਹਾ ਵਾਜੇ ਤੇ ਕਿਹਨੇ ਲੱਗਦਾ ਵਾਵਾ ਹੀ ਹੋ ਗਿਆ। ਕੋ ਸਤਨਾਮ। ਤੋ ਇਸ ਕਰਕੇ ਇਹ ਗਿਫਟ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਆ। ਦੁਨੀਆ ਦਾ ਤੇ ਰੱਬ ਦੇ ਪਿਆਰਿਆਂ ਦਾ ਮੇਲ ਨਹੀਂ ਨਾ ਹੁੰਦਾ, ਕਿਉਂਕਿ ਆਪਾਂ ਦੁਨਿਆਵੀ ਚੀਜ਼ਾਂ ਲੋੜਨੀਆਂ। ਜੇ ਰੂਹਾਨੀਅਤ ਲੈਣੀ ਹੈ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੱਡੀ ਬਖਸ਼ਿਸ਼ ਦਿੱਤੀ ਹੈ। 9 ਨਾਥ 52 ਵੀਰ 84 ਸਿੱਧ 33 ਕਰੋੜ ਦੇਵੀ ਦੇਵਤਾ
96 ਕਰੋੜੀ ਮੇਘਮਾਲਾ ਜਿਤਨੇ ਵੀ ਹਨ ਸਾਰੇ ਕੇਸਾਧਾਰੀ ਹੈ। ਆਖੋ ਸਤਨਾਮ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਹੋਣਾ ਨੇ ਸਟੇਜ ਤੇ ਐਲਾਨ ਕੀਤਾ ਸੀ, ਕਹਿੰਦੇ ਹੱਥ ਖੜਾ ਕਰਕੇ ਕੋਈ ਕਹਿ ਦੇ ਕਿਹੜਾ ਪੈਗੰਬਰ ਜੀ ਦੇ ਕੇਸ ਕੱਟਿਆ, ਮੈਂ ਸਾਰਿਆਂ ਤੋਂ ਮਾਫੀ ਮੰਗੋ। ਕਾਤੋਂ ਗੁਰੂ ਗੋਬਿੰਦ ਸਿੰਘ ਨੇ ਕੇਸਾਂ ਬਦਲੇ ਆਪਣੇ ਪੁੱਤ ਕੁਰਬਾਨ ਕੀਤੇ, ਹੈਗੇ ਤੇ ਵਾਲ ਹੀ ਹੈ ਦੋ, ਜੇ ਨਾ ਸਮਝਿਆ ਜਾਵੇ। ਪਰ ਜਦੋਂ ਇਹਦੀ ਬਾਰੇ ਪੜਾਂਗੇ ਤੇ ਫਿਰ ਪਤਾ ਲੱਗਦਾ ਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਖੁਦਾ ਦਾ ਰੂਪ ਹੈ। ਜਿਹੜੇ ਕੇਸ ਆ ਨਾ, ਖੁਦਾ ਦਾ ਚਿਹਰਾ ਏ। ਤੁਸੀਂ ਖੁਦ ਖੁਦਾ ਬਣ ਗਏ, ਤੁਹਾਨੂੰ ਬਾਦਸ਼ਾਹ ਬਣਾਤਾ, ਭੈਣਾਂ ਨੂੰ ਕੌਰ ਬਣਾਤਾ। ਕੌਰ ਦੇ ਅਰਥ ਨੇ ਛੋਟਾ ਸ਼ਹਿਜ਼ਾਦਾ, ਨਹੀਂ ਤੇ ਕੌਣ ਤੁਹਾਨੂੰ ਕੌਰ ਕਹਿੰਦਾ ਸੀ? ਪੈਰਾਂ ਦੀ ਜੁੱਤੀ ਕਹਿੰਦੇ ਸੀ ਲੋਕ, ਬੜੇ ਸ਼ਬਦ ਮਾੜੇ ਬੋਲਦੇ ਸੀ। ਮੇਰੇ ਗੁਰੂ ਨਾਨਕ ਦੀ 10ਵੀਂ ਜੋਤ ਨੇ ਬਰਾਬਰ ਕਰਕੇ ਖਿਲਾਰਤਾ ਤੁਹਾਨੂੰ ਭੈਣੋ। ਕੌਰ ਨਾਲ ਨਾਮ ਦੇ ਲੱਗਣਾ ਕੋਈ ਛੋਟੀ ਹਸਤੀ ਨਹੀਂ, ਸਿੰਘ ਨਾਲ ਲੱਗਣਾ ਸ਼ੇਰ ਦਾ। ਤੋ ਮਹਾਰਾਜ ਨੇ ਸਾਨੂੰ ਸਰਦਾਰੀ ਬਖਸ਼ਿਸ਼ ਕੀਤੀ ਹੈ। ਇੱਥੇ ਕਹਿੰਦੇ ਹਨ ਧੰਨ ਹਨ ਬਾਬਾ ਰਾਏ ਬੁਲਾਰ, ਜਿਨੇ ਅੱਜ ਨਾਨਕ ਨੂੰ ਵੇਖਿਆ ਤੇ ਹੁਣ ਜਿਨੇ ਵੇਖਿਆ ਉਹ ਦੂਜੇ ਨੂੰ ਦਿਖਾਉਂਦਾ ਪਿਆ। ਤੁਸੀਂ ਵੀ ਇਦਾਂ ਕਰਿਆ ਕਰੋ, ਗੁਰੂ ਘਰੋਂ ਚੰਗੀ ਚੀਜ਼ ਲਿਜਾ ਕੇ ਵੰਡਿਆ ਕਰੋ। ਆਖੋ ਸਤਨਾਮ। ਕਿਉਂਕਿ ਚੰਗੀ ਚੀਜ਼ ਵੰਡੀਏ ਤੇ ਵਾਧਾ ਹੁੰਦਾ ਹੈ, ਪਰ ਚੰਗੀ ਨਹੀਂ ਵੰਡਦੇ, ਮੈਨੂੰ ਪਤਾ ਮਾੜੀ ਵੰਡ ਦਿੰਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤ ਹੋ ਰਹੀ ਹੈ। ਤਬ ਸਮਸਰ ਕੋ ਔਰ ਨਾ ਹੀਰੋ। ਔਰ ਕਹਿੰਦੇ ਨੇਤਰਾਂ 'ਚ ਪਾਣੀ ਹੈ, ਗਲਾ ਭਰ ਜਾਂਦਾ ਹੈ। ਕਹਿੰਦੇ ਨੇ ਮਹਿਤਾ ਕਲਿਆਣ ਦਾਸ ਜੀ ਤੇਰੇ ਪੁੱਤਰ ਵਰਗਾ ਕੋਈ ਹੋਰ ਨਹੀਂ, ਕੋਈ ਦੂਜਾ ਨਹੀਂ, ਨਾ ਕੋਈ ਆਵੇਗਾ। ਅਸਨ ਵਸਨ ਸਾਦਰ ਸੋ ਦੀਜੈ। ਔਰ ਇਸ ਤਰ੍ਹਾਂ ਕਰਕੇ ਉਹਨਾਂ ਨੇ ਬੜਾ ਸਤਿਕਾਰ ਕੀਤਾ, ਸੋਹਣੇ ਸੋਹਣੇ ਬਸਤਰ ਦਿੱਤੇ ਪਟਵਾਰੀ ਮਹਿਤਾ ਕਲਿਆਣ ਦਾਸ ਨੂੰ, ਜਿੰਨੀ ਵੀ ਭੇਟਾ ਦੇ ਸਕਦੇ ਸੀ, ਕਿਉਂਕਿ ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ ਸਾਧ ਸੰਗਤ, ਨਾ ਇਹ ਪਿਆਰ ਮੋਲਿਆ ਹੀ ਜਾਂਦਾ ਹੈ। ਔਰ ਕਹਿੰਦੇ ਉਸ ਵੇਲੇ ਬੜੇ ਪ੍ਰੇਮ ਦੇ ਨਾਲ, ਮੁਹੱਬਤ ਦੇ ਨਾਲ ਇਹ ਵੀ ਬਚਨ ਕਹੇ, ਕਹਿੰਦੇ ਕਦੀ ਨਰਾਦਰ ਨਾ ਕਰੀ ਮਹਿਤਾ ਕਲਿਆਣ ਦਾਸ। ਵੇਖੀ ਜੇ ਪੈਸੇ ਦੀ ਲੋੜ ਆ ਤੇ ਮੇਤੋਂ ਲੈ ਲਈ, ਕਿਉਂਕਿ ਪੈਸਾ ਜਿਹੜਾ ਹੈ ਨਾ ਇਹ ਕਮਾਇਆ ਜਾਂਦਾ ਪਰ ਪਿਆਰ ਨਹੀਂ ਲੱਭਦਾ, ਇਹ ਹੱਥਾਂ ਦੀ ਮੈਲ ਹੈ। ਤੋ ਕਈ ਵਾਰੀ ਆਪਾਂ ਹੱਸ ਵੀ ਪੈਨੇ, ਇੱਕ ਕਹਿੰਦਾ ਮੇਰੇ ਤੇ ਹੱਥਾਂ ਤੇ ਮੈਲ ਬਹੁਤ ਆ, ਫਿਰ ਜੇ ਪੈਸੇ ਦੀ ਹੱਥਾਂ ਦੀ ਮੈਲ ਹੈ ਨਹੀਂ। ਪਰ ਤਿੰਨ ਚੀਜ਼ਾਂ ਮੁੱਲ ਨਹੀਂ ਵਿਕਦੀਆਂ, ਪਾਰਸ ਪੁੱਤਰ ਤੇ ਪਿਆਰ। ਤੇ ਰਾਏ ਬੁਲਾਰ ਕਹਿੰਦੇ ਪਟਵਾਰੀ ਸਾਹਿਬ ਮੈਨੂੰ ਪਤਾ ਤੇਰੀ ਥੋੜੀ ਜੀ ਨੀਤ ਹਲਕੀ ਆ, ਛੇਤੀ ਕਾਲਾ ਪੈ ਜਾਂਦਾ, ਕਿਉਂਕਿ ਪਟਵਾਰੀ ਹੁੰਦੇ ਹੀ ਤੁਹਾਡੇ 'ਚ ਨਾ ਕੋਈ ਹੋਵੇ ਕਿਤੇ ਗੁੱਸੇ ਨਾ ਹੋ ਜਾਓ। ਇਸ ਪੋਸਟਾਂ ਹੀ ਇੱਦਾਂ ਦੀਆਂ ਹੁੰਦੀਆਂ, ਜਿੱਦਾਂ ਦਾ ਬੰਦਾ ਰਹਿਣ ਲੱਗ ਪਿਓ ਉੱਦਾਂ ਦੀ ਸੰਗਤ ਦਾ ਅਸਰ ਹੁੰਦਾ। ਹੁਣ ਕਈਆਂ ਬੰਦਿਆਂ ਦੀ ਕੁਰਸੀ ਇੱਦਾਂ ਦੀ ਵੀ ਉਹਨਾਂ ਦਾ ਦਿਨ ਹੀ ਰਿਸ਼ਵਤ ਤੋਂ ਚੜ੍ਹਦਾ, ਉਹਨਾਂ ਨੂੰ ਚੰਗੀ ਉਹ ਚੀਜ਼ ਲੱਗਦੀ ਹੈ। ਤੇ ਕੜਾ ਗੁਰੂ ਮਹਾਰਾਜ ਨੇ ਪਾਇਆ ਹੀ ਇਸੇ ਕਰਕੇ, ਹੋਰ ਇਹਨੂੰ ਕਾਹਤੋਂ ਚੱਕੀ ਫਿਰਦੇ ਏਡੇ ਵੱਡੇ ਨੂੰ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ ਜਾਵੋ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਗਾ ਕਰਦੇ ਸਮੇਂ ਖਿਆਲ ਰੱਖਣਾ ਕਿਤੇ ਫਿਰਨੀਆਂ ਸਿਰਾਂ ਤੇ। ਇਹ ਮਹਾਰਾਜ ਨੇ ਕੜਾ ਸਿੱਖ ਨੂੰ ਤਾਂ ਹੀ ਪਵਾਇਆ ਵੀ ਜਦੋਂ ਗਲਤ ਬੰਨੇ ਹੱਥ ਜਾਊਗਾ ਤੇ ਕੜਾ ਕਹੂਗਾ ਬੰਦੇ ਦਾ ਪੁੱਤ ਬਣ ਜਾ। ਇਹਨੂੰ ਪਾਇਆ ਤੈਨੂੰ ਕਿਸੇ ਨੇ, ਉਹਨੇ ਬੜਾ ਕੁਝ ਕੁਰਬਾਨ ਕੀਤਾ ਹੀ ਤੇਰੇ ਤੋਂ। ਹੁਣ ਕੜਾ ਤੇ ਸਾਰੇ ਪਾਈ ਫਿਰਦੇ ਆ, ਪਰ ਕੜੇ ਦੀ ਅਹਿਮੀਅਤ ਨੂੰ ਕੋਈ ਨਹੀਂ ਜਾਣਦਾ। ਸ੍ਰੀ ਸਾਹਿਬ ਪਾਈ ਫਿਰਦੇ, ਸ੍ਰੀ ਸਾਹਿਬ ਦੀ ਅਹਿਮੀਅਤ ਦਾ ਨਹੀਂ ਪਤਾ। ਇਹਨਾਂ ਚੀਜ਼ਾਂ ਤੋਂ ਸਿੱਖ ਕੌਮ ਥੋੜੀ ਜਿਹੀ ਪਿੱਛੇ ਚਲੇਗੀ ਅੱਜ, ਵੀ ਆਪਾਂ ਜਿਹੜਾ ਕੰਮ ਕਰਦੇ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਤੇ ਆਪਣਾ ਮਾਣ ਹੰਕਾਰ ਜ਼ਿਆਦਾ ਹੁੰਦਾ ਹੈ। ਇੱਕ ਦਿਨ ਇੱਕ ਰਵਾਲਾ ਸਾਹਿਬ ਚੁੱਕਣ ਲੱਗਾ ਤੇ ਇੱਕ ਆ ਕੇ ਕਹਿੰਦਾ ਤੂੰ ਨਹੀਂ ਚੁੱਕਣਾ, ਤੂੰ ਅੰਮ੍ਰਿਤ ਨਹੀਂ ਛਕਿਆ, ਮੈਂ ਛਕਣਾ। ਆਖੋ ਸਤਨਾਮ। ਤੋ ਇਸ ਕਰਕੇ ਇਹ ਗੱਲਾਂ ਠੀਕ ਹੈ ਗੁਰੂ ਸਾਹਿਬ ਦੀ ਭਾਵਨਾ, ਪਰ ਜਿੱਥੇ ਗੱਲ ਆਉਂਦੀ ਹੈ ਰਹਿਤ ਦੀ ਉੱਥੇ ਤਾਂ ਮੇਰੇ ਵਰਗੇ ਵੀ ਫੇਲ ਹੈ, ਜਿਹੜੇ ਮੱਤ ਦੇਣ ਵਾਲੇ ਬੜੇ ਬੜੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਦੀ ਮੂਰਤ ਹੈ। ਮਹਾਰਾਜ ਨੇ ਬੜਾ ਕੁਝ ਸਿੱਖਾਂ ਨੂੰ ਦਿੱਤਾ ਔਰ ਬਚਨ ਵੀ ਕੀਤੇ। ਮਹਾਰਾਜ ਕਹਿੰਦੇ ਤੂੰ ਰਹਿਤ ਨਾ ਛੱਡੀ, ਗੁਰੂ ਗੋਬਿੰਦ ਸਿੰਘ ਤੇਰੀ ਬਾਂਹ ਨਹੀਂ ਛੱਡਦਾ। ਇਹ ਵੀ ਬਚਨ ਬਾਣੀ 'ਚ ਹੈ, ਸਤਿਗੁਰ ਸਿੱਖ ਕਾ ਪਰਦਾ ਅੱਗੇ। ਮਹਾਰਾਜ ਕਹਿੰਦੇ ਮੈਂ ਤੇਰੇ ਬਦਲੇ ਕੁਰਬਾਨ ਹੋ ਜਾਊਂ ਤੇ ਵੇਖੀ ਕਿਤੇ ਤੂੰ ਮਾੜਾ ਕੰਮ ਨਾ ਕਰੀ। ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਭਾਈ ਜੋਗਾ ਸਿੰਘ ਨੂੰ ਛੋਟੇ ਹੁੰਦਿਆਂ ਲੈ ਗਏ ਸੀ ਉਹਦੇ ਮਾਂ ਪਿਓ, ਬੜਾ ਸੋਹਣਾ ਬੱਚਾ ਸੀ ਤੇ ਜਿੱਦਾਂ ਬੱਚੇ ਆਏ ਮੱਥਾ ਟੇਕਿਆ
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਂ ਤੇਰਾ ਪੁੱਤ ਬੜਾ ਸੋਹਣਾ, ਕੀ ਨਾਂ ਇਹਦਾ? ਕਹਿੰਦੇ ਜੀ ਜੋਗਾ। ਤੇ ਮਹਾਰਾਜ ਕਹਿੰਦੇ ਕਿਹਦੇ ਜੋਗਾ ਏ? ਕਹਿੰਦੇ ਜੀ ਤੁਹਾਡੇ ਜੋਗਾ ਹੀ ਹੈ। ਤੇ ਮਹਾਰਾਜ ਕਹਿੰਦੇ ਵੇਖ ਲਓ, ਕਹਿ ਦਿੱਤਾ ਜੀ, ਮੁੜ ਕੇ ਦੇਣਾ ਸੌਖਾ ਨਹੀਂ ਸੀ। ਮੇਰੇ ਪਾਸ ਉਹਦੀ ਕਰਮਾਂ ਜਨਮਾਂ ਦੀ ਕਮਾਈ ਸੀ। ਬਾਪੂ ਹਾਰੀ ਸਾਰੀ ਨੂੰ ਥੋੜਾ ਆਵਾਜ਼ ਮਾਰਦਾ, ਤੁਸੀਂ ਜਿੰਨੇ ਵੀ ਬੈਠੇ ਇੱਥੇ, ਇਹ ਮਹਾਰਾਜ ਨੇ ਬੁਲਾਇਆ ਤੇ ਆਏ, ਨਹੀਂ ਤੇ ਮੱਥਾ ਟੇਕਣਾ ਨਸੀਬ ਨਹੀਂ ਹੁੰਦਾ। ਮਹਾਰਾਜ ਕਹਿੰਦੇ ਫਿਰ ਗੁਰੂ ਜੋਗਾ ਏ, ਉੱਥੇ ਰਹਿ ਪਿਆ। ਕੁਝ ਸਮਾਂ ਜਵਾਨ ਹੋਇਆ, ਮਾਂ ਪਿਓ ਲੈ ਆਇਆ, ਇਹ ਸਾਖੀ ਫਿਰ ਕਿਤੇ ਪੂਰੀ ਕਰਾਂਗੇ। ਬਾਅਦ ਵਿੱਚ ਵਿਆਹ ਹੋਣ ਲੱਗਾ ਤੇ ਮਹਾਰਾਜ ਨੇ ਪਰਖ ਲਈ ਵੀ ਵਾਕਿਆ ਸਾਡੇ ਜੋਗਾ, ਕਿਤੇ ਘਰ ਵਾਲੀ ਜੋਗਾ ਤਾਂ ਨਹੀਂ। ਆਖੋ ਸਤਿਨਾਮ। ਕਈ ਰੰਗ ਘਰ ਵਾਲੀ ਜੋਗਾ ਵੀ ਬੰਦਾ ਬਣ ਜਾਂਦਾ ਨਾ, ਮੁੜ ਕੇ ਜੋ ਘਰ ਵਾਲੀ ਕਹੇ ਫਿਰ ਉਹੀ ਕਰਨਾ ਪੈਂਦਾ। ਭਾਈ ਰੋਟੀ ਜੂ ਖਾਣੀ ਹੋਈ। ਤੋ ਇਸ ਕਰਕੇ ਬੜਾ ਹਾਸਾ ਹੋ ਕਈ ਵਾਰੀ ਬੜੇ ਵੱਡੇ ਆਫਿਸਰ, ਬੜੇ ਵੱਡੇ ਰੈਂਕਾਂ ਦੇ ਉੱਤੇ ਜਿਹੜੇ ਬੰਦੇ ਬੈਠੇ ਆ ਨਾ, ਇੱਕ ਸਾਡੇ ਮਹਾਂਪੁਰਖ ਹੁੰਦੇ, ਉਹਨਾਂ ਕਹਿਣਾ ਕੰਮ ਕਰਾਉਣਾ ਹੋਵੇ ਕਿਸੇ ਅਫਸਰ ਤੋਂ ਨਾ, ਅਫਸਰ ਦੀ ਮਿਹਨਤ ਨਾ ਕਰੋ। ਕਹਿੰਦੇ ਕਿਹਦੀ ਕਰੀਏ? ਕਹਿੰਦੇ ਉਹਦੀ ਵਾਈਫ ਦੀ ਜਾ ਕੇ ਮਿਹਨਤ ਕਰ ਲਓ, ਕਿਉਂਕਿ ਇਹ ਪੱਕੀ ਗੱਲ 99% ਹੈ। ਬੜੇ ਵੱਡੇ ਰੈਂਕ ਵਾਲੇ ਆਫਿਸਰ ਜਿਹੜੇ ਹੈ, ਉਹ ਤਾਂ ਘਰ ਵਾਲੀ ਦੇ ਆਖੇ ਲੱਗ ਕੇ ਸਲੂਟ ਮਾਰਦੇ। ਆਖੋ ਸਤਿਨਾਮ। ਕਿਉਂਕਿ ਗੁਰੂ ਨਾਨਕ ਨੇ ਵਡਿਆਈ ਜੋ ਦੇਤੀ ਹੋਈ, ਤੇ ਜਿੱਥੇ ਉਹਨੇ ਕਹਿਤਾ ਉੱਥੇ ਕਰਨਾ ਹੀ ਪੈਣਾ। ਇਹ ਵੀ ਇੱਕ ਹੁੰਦੀ ਨਬਜ ਫੜ ਲੈਣੀ ਕਿਸੇ ਦੀ। ਜਿਹੜਾ ਬੰਦਾ 3-3 ਲੱਖ ਰੁਪਈਆ ਦਿੱਤਿਆ ਨਹੀਂ ਕੰਮ ਕਰਦਾ, ਜਦੋਂ ਜਾ ਕੇ ਉਹਦੀ ਘਰ ਵਾਲੀ ਨੂੰ ਕਿਹਾ ਮਾਂ ਆਹ ਕੰਮ ਕਰਨਾ, 3 ਸੈਂਕੜਾਂ 'ਚ ਹੋ ਗਿਆ। ਕੀਤੇ ਵੀ, ਕਰਾਏ ਵੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਦਇਆ ਕਰਦੇ ਨੇ। ਮਹਾਰਾਜ ਨੇ ਵੇਖਿਆ ਵੀ ਅੱਜ ਪਰਖ ਪਾਈ ਵੀ ਘਰ ਦੀ ਜੋਗਾ ਕਿ ਸਾਡੇ ਜੋਗਾ। ਸਿੱਖ ਨੂੰ ਕਹਿੰਦੇ ਚਿੱਠੀ ਲੈ ਜਾ, ਤੇ ਜਦੋਂ ਵਿਆਹ ਦੀ ਤਿਆਰੀ ਹੋ ਗਈ ਤੇ ਉਦੋਂ ਜਾ ਕੇ ਦੇ ਦੀ। ਉਧਰੋਂ ਲੈ ਆਏ ਉਹਦੀ ਵਾਈਫ ਨੂੰ, ਸਾਰਾ ਪਰਿਵਾਰ ਬੈਠਾ। ਕਿਉਂਕਿ ਕਈ ਵਿਦਵਾਨਾਂ ਨੇ ਇਹ ਵੀ ਕਿਹਾ ਹੈ ਵੀ ਅੱਧ ਚਲਾਵਾਂ ਛੱਡ ਕੇ, ਪਰ ਮੈਂ ਨਹੀਂ ਮੰਨਦਾ। ਕਿਉਂਕਿ ਗੁਰੂ ਸਾਹਿਬ ਗੁਰਬਾਣੀ ਦੀ ਬੇਅਦਬੀ ਨਹੀਂ ਕਰ ਸਕਦੇ ਕਦੇ। ਜੇ ਅੱਧ ਚ ਲਾਵਾਂ ਛੱਡੀਆਂ ਹੁੰਦੀਆਂ ਤੇ ਉਧਰ ਫਿਰ ਗੁਰੂ ਰਾਮਦਾਸ ਦਾ ਨਰਾਦਰ ਹੈ ਨਾ, ਲਾਵਾਂ ਅੱਧ ਚ ਨਹੀਂ ਸੀ ਛੱਡੀਆਂ, ਜੇ ਸ਼ੁਰੂ ਹੋਣ ਲੱਗਾ ਸੀ ਸਾਰਾ ਕੁਝ। ਅਰਦਾਸ ਹੋਣੀ ਸੀ, ਜਦੋਂ ਭਾਈ ਅਰਦਾਸ ਕਰਨ ਲੱਗਾ, ਰੰਬਤਾ ਦੀ ਅਰਦਾਸ ਹੁੰਦੀ ਨਾ ਪੱਲੇ ਦੀ, ਤੋ ਉਸੇ ਵੇਲੇ ਸਿੱਖ ਨੇ ਜਾ ਕੇ ਹੁਕਮਨਾਮਾ ਦੇਤਾ ਤੇ ਉੱਤੇ ਲਿਖਿਆ ਸੀ ਜੋਗਾ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੈਨੂੰ ਯਾਦ ਕਰ ਰਹੇ ਆ, ਤੇ ਜਿਹੜਾ ਕੰਮ ਕਰਦਾ ਵਿੱਚੇ ਛੱਡ ਕੇ ਹੁਣੇ ਹੀ ਆ ਜਾ, ਤੁਰੰਤ ਹੀ। ਉਹਨੇ ਪੜ੍ਹੀ ਚਿੱਠੀ ਤੇ ਲਾ ਕੇ ਪਰਨਾ, ਤੇ ਘਰ ਵਾਲੀ ਨੂੰ ਕਹਿੰਦਾ ਤੂੰ ਹੁਣ ਰੁਕ ਜਾ, ਮੇਰੇ ਪਾਤਸ਼ਾਹ ਦਾ ਸੁਨੇਹਾ ਆ ਗਿਆ, ਮੈਂ ਚੱਲਿਆ ਏ। ਇੱਦਾਂ ਦਾ ਪਿਆਰ ਕਰੂ ਅੱਜ ਕੋਈ? ਮੁਸ਼ਕਲ ਹੀ ਹੈ। ਮੁੱਖ ਵਾਕ ਆ ਰਿਹਾ ਹੁੰਦਾ ਮਹਾਰਾਜ ਦਾ, ਤੇ ਫੋਨ ਆ ਜੇ ਵਿੱਚ ਤੇ ਫੋਨ ਚੱਕ ਲਈਦਾ ਆਪਾਂ। ਮਹਾਰਾਜ ਦਾ ਮੁੱਖ ਵਾਕ ਉੱਠ ਕੇ ਚੱਲ ਜਾਂਦੇ। ਬਹੁਤੀ ਸੰਗਤ ਵੇਖੀ ਹੈ, ਅਰਦਾਸ ਹੁੰਦੀ ਫੋਨ ਵੱਜ ਗਿਆ, ਇਹ ਨਹੀਂ ਵੀ ਮੈਂ ਜੁੜਿਆ ਪਿਆ, ਅਰਦਾਸ ਦੀ ਕੋਈ ਅਹਿਮੀਅਤ ਆ, ਵਿੱਚੇ ਹੈਲੋ ਕਰਕੇ ਹਾਂ ਬਸ ਆ ਗਿਆ 10 ਮਿੰਟ, ਅਰਦਾਸ ਵਿੱਚੋਂ ਹੀ ਛੱਡਤੀ। ਅਸਲ ਵਿੱਚ ਮਾਫੀ ਦੇ ਦਿਓ, ਅਜੇ ਤਾਂ ਆਪਾਂ ਮੱਥਾ ਟੇਕਣ ਜੋਗੇ ਨਹੀਂ ਹੋਏ, ਪਹੁੰਚਣਾ ਕਿੱਥੋਂ ਹੈ? ਇਹ ਤੇ ਬੜੀ ਲੰਮੀ ਸਫ਼ਰ ਹੈ ਇਸ ਘਰ ਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ। ਉਸ ਵੇਲੇ ਹੀ ਵਾਪਸ ਆ ਗਿਆ ਸੀ, ਵਿੱਚੇ ਵਿਆਹ ਛੱਡਤਾ, ਇੰਨਾ ਪਿਆਰ। ਤੇ ਜਦੋਂ ਰਸਤੇ 'ਚ ਆਇਆ ਫਿਰ ਪਰਖ ਪੈ ਗਈ। ਉੱਥੋਂ ਆ ਗਿਆ ਤੇ ਰਸਤੇ ਦੇ ਵਿੱਚ ਡਿੱਗਣ ਲੱਗਾ ਸੀ ਖੂਹ ਦੇ ਵਿੱਚ। ਵੇਸਵਾ ਨੱਚ ਰਹੀ ਹੈ ਤੇ ਮਨ ਕੀਤਾ ਮੈਂ ਵੀ ਖਾੜਾ ਵੇਖ ਲਾਂ। ਆਖੋ ਸਤਿਨਾਮ। ਤੇ ਅੱਗੇ ਕੌਣ ਫਿਰ ਆ ਗਿਆ? ਕਿਉਂਕਿ ਮਹਾਰਾਜ ਨੇ ਕਿਹਾ ਸੀ ਸਤਿਗੁਰ ਸਿੱਖ ਕਾ ਪੜਦਾ ਢੱਕ ਹੈ, ਗੁਰ ਕਾ ਸਿੱਖ ਬੇਕਾਰ ਨਾ ਕਰੀ, ਮੈਂ ਤੇਰੇ ਨਾਲ ਹੋ ਕੇ ਨਿਭਾਵਾਂਗਾ। ਸਤਿਗੁਰੂ ਮਹਾਰਾਜ ਨੇ ਪਹਿਰਾ ਦਿੱਤਾ ਉਹਦਾ। ਅੱਗੇ ਜਾਵੇ ਮਹਾਰਾਜ ਧੱਕਾ ਮਾਰ ਕੇ ਕਹਿਣ ਪਿਛਾਂ ਹੋ। ਤੀਜੀ ਵਾਰੀ ਗਿਆ ਤੇ ਮਹਾਰਾਜ ਸਿੱਖ ਦਾ ਰੂਪ ਧਾਰ ਕੇ ਖੜੇ ਸੀ। ਮਹਾਰਾਜ ਕਹਿੰਦੇ ਓਏ ਓਏ ਸਿੱਖਾ, ਸਵਰਗ ਛੱਡ ਕੇ ਨਰਕ 'ਚ ਡਿੱਗਣਾ, ਕਿਉਂ ਗੰਦਗੀ 'ਚ ਹੱਥ ਮਾਰਦਾ? ਇੱਥੋਂ ਗੰਦ ਹੀ ਲੱਭਣਾ, ਜਾ ਚਲੇ ਜਾ। ਗੁਰੂ ਗੋਬਿੰਦ ਸਿੰਘ ਉਡੀਕਣ ਦਾ ਜਾ ਕੇ ਨਿਤਨੇਮ ਕਰ। ਜਦੋਂ ਫਿਰ ਸੁਰਤ ਟਿਕਾਣੇ ਆਈ, ਸ਼ਰਮਿੰਦਾ ਹੋਇਆ, ਦੀਵਾਨ ਲੱਗਾ, ਜਦੋਂ ਬੈਠ ਗਈ ਸੰਗਤ ਤੇ ਮੇਰੇ ਹਜ਼ੂਰ ਪਾਤਸ਼ਾਹ ਤਖਤ ਤੇ ਬੈਠੇ, ਅੱਖਾਂ ਬੰਦ ਹੈ ਤੇ ਮਹਾਰਾਜ ਜੀ ਸੌਂ ਰਹੇ, ਝੋਕਾਂ ਲੱਗ ਰਹੀਆਂ। ਇਤਿਹਾਸਕਾਰ ਲਿਖਦਾ ਹੈ ਕਿ ਕਹਿੰਦਾ ਮਹਾਰਾਜ ਕੀ ਗੱਲ ਰਾਤੀ ਸੁੱਤੇ ਨਹੀਂ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹਦਾ ਪੁੱਤ ਡੁੱਬ ਚੱਲਿਆ ਹੋਵੇ ਉਹਨੂੰ ਨੀਂਦ ਕਿੱਥੇ ਆਉਂਦੀ ਹੈ? ਮਹਾਰਾਜ ਤੁਹਾਡਾ ਪੁੱਤ ਕਿਹੜਾ ਡੁੱਬ ਚੱਲਿਆ? ਮਹਾਰਾਜ ਕਹਿੰਦੇ ਵੇਖ ਆਪਣੀਆਂ ਅੱਖਾਂ ਨਾਲ, ਜਿਹਦਾ ਜਾਨ ਤੋਂ ਪਿਆਰਾ ਡੁੱਬਦਾ ਹੋਵੇ ਉਹਨੂੰ ਨੀਂਦਾਂ ਆਉਂਦੀਆਂ ਕਿਤੇ? ਜਿਹੜਾ ਕਿਸੇ ਨੂੰ ਪਿਆਰ ਕਰੇ, ਕਹਿੰਦੇ ਮਹਾਰਾਜ ਬੁਝਾਰਤ ਨਾ ਪਾਓ, ਦੱਸੋ। ਕਹਿੰਦੇ ਕੋਈ ਸਾਡਾ ਜਾਨ ਤੋਂ ਪਿਆਰਾ ਸਾਡੇ ਲਈ ਘਰ ਛੱਡ ਕੇ ਆ ਗਿਆ, ਰਸਤੇ 'ਚ ਮਾਇਆ ਨੇ ਫੇਰ ਘੇਰਾ ਪਾ ਲਿਆ
ਆਇਆ ਕਰਕੇ ਫਿਰ ਉਹ 2 ਕਦਮ ਚੱਲਿਆ ਸੀ ਤੇ ਅਸੀਂ ਵਾਅਦਾ ਕੀਤਾ ਇਹ ਚਰਨ ਸ਼ਰਨ ਗੁਰ ਏਕ ਪੈਂਡਾ ਸਤਿਗੁਰ ਕੋਟ ਪੈਂਡਾ। ਅਸੀਂ ਅੱਗੇ ਹੋ ਕੇ ਫਿਰ ਸਾਰੀ ਰਾਤ ਉਹਦੇ ਬੂਹੇ 'ਚ ਉਹਨੂੰ ਡੱਕਦੇ ਹੀ ਰਹੇ। ਜਦੋਂ ਪਤਾ ਲੱਗਾ ਵੀ ਤਾਂ ਮੇਰੀ ਗੱਲ ਹੋ ਰਹੀ ਹੈ ਤੇ ਚਰਨਾਂ ਤੇ ਯਾਰੋ ਯਾਰ ਰੋ ਪਿਆ। ਇੰਨੇ ਪਿਆਰ ਦੇ ਵਿੱਚ ਮਹਾਰਾਜ ਕਹਿੰਦੇ ਇੱਕ ਵਾਰੀ ਤੂੰ ਮੈਨੂੰ ਪਿਆਰ ਤਾਂ ਕਰਕੇ ਵੇਖ। ਐਸੀ ਖੇਡ ਰਾਏ ਬੁਲਾਰ ਦੇ ਅੰਦਰ ਹੈ। ਕਹਿੰਦੇ ਪਟਵਾਰੀ ਸਾਹਿਬ ਪੈਸਿਆਂ ਕਰਕੇ ਰਿਸ਼ਤੇ ਟੁੱਟ ਜਾਂਦੇ ਆ। ਤੂੰ ਜੇ ਲੋੜ ਹੋਈ ਤੇ ਮੇਤੋਂ ਮੰਗ ਲਈ, ਪਰ ਕਦੇ ਮੇਰੇ ਨਾਨਕ ਨੂੰ ਥੱਪੜ ਨਾ ਮਾਰੀ, ਕਦੇ ਉਹਨੂੰ ਝਿੜਕੀ ਨਾ। ਤਾਤ ਜਾਨ ਗੁਰ ਬਚਨ ਨਾ ਪਾਖੋ, ਹਾਂਜੀ ਪਰਮੇਸ਼ਰ ਸਮ ਸਰਦਾ ਰੱਖੋ। ਔਰ ਕਹਿੰਦੇ ਠੀਕ ਹੈ ਤੁਸੀਂ ਪਿਤਾ ਹੋ, ਤੁਹਾਡਾ ਅਹੁਦਾ ਵੱਡਾ ਏ, ਪਰ ਕਿਤੇ ਭੁੱਲ ਕੇ ਵੀ ਨਾਨਕ ਨੂੰ ਦਬਕਾ ਨਾ ਮਾਰੀ, ਉਹਨੂੰ ਕਦੇ ਵੀ ਝਿੜਕੀ ਨਾ, ਇਹ ਗਲਤੀ ਨਾ ਕਰੀ। ਔਰ ਉਸ ਵੇਲੇ ਮਹਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਠੀਕ ਹੈ ਬਾਪੂ, ਮੈਂ ਨਹੀਂ ਮਾਰਦਾ, ਮੈਂ ਨਹੀਂ ਕੁਛ ਕਹਿੰਦਾ, ਪਰ ਮੈਨੂੰ ਦੱਸ ਤੇ ਦੇ ਵੀ ਇੰਨਾ ਪਿਆਰ ਕਰਦਾ ਕਾਹਤੋਂ ਹੈ ਮੇਰੇ ਨਾਨਕ ਨੂੰ। ਹੁਣ ਵਜ੍ਹਾ ਤੇ ਹੁੰਦੀ ਹੈ ਨਾ, ਕੋਈ ਵੀ ਆਪਾਂ ਕਿਸੇ ਨੂੰ ਪਿਆਰ ਕਰੀਏ ਤੇ ਅਗਲਾ ਪੁੱਛਦਾ ਨਹੀਂ ਵੀ ਤੂੰ ਮੈਨੂੰ ਕਾਹਤੋਂ ਇੰਨਾ ਪਿਆਰ ਕਰਦਾ, ਤੈਨੂੰ ਕੀ ਮਤਲਬ ਮੇਰੇ ਤਾਈਂ। ਕਿਉਂਕਿ ਦੁਨੀਆ ਬੜੀ ਉੱਚੀ ਚੰਨ ਤੇ ਪਹੁੰਚ ਗਈ ਹੈ, ਆਪਾਂ ਹੀ ਥੱਲੇ ਦਰਿਆ ਤੇ ਬੈਠੇ ਆ। ਇਹ ਵੀ ਕਾਰਨ ਸੀ ਇੱਕ, ਜਦੋਂ ਮਹਾਰਾਜ ਬਗਦਾਦ ਗਏ ਨਾ ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਸਰੋਦ ਕੀਰਤਨ ਕੀਤਾ ਤੇ ਪੀਰ ਸਰਬਦੀਨ ਨੇ ਆਖਿਆ, ਕਹਿੰਦੇ ਬਾਬਾ ਸਾਡੇ ਇਸਲਾਮੀ ਜਦੋਂ ਸਰੋਦ ਪੜ੍ਹਦੇ ਆ ਤੇ ਉੱਚੀ ਜਗ੍ਹਾ ਤੇ ਬਹਿੰਦੇ ਆ, ਤੁਸੀਂ ਥੱਲੇ ਹੀ ਬੈਠ ਗਏ ਹੋ। ਬੜਾ ਸੋਹਣਾ ਜਵਾਬ ਮੇਰੇ ਨਾਨਕ ਨੇ ਦਿੱਤਾ ਸੀ। ਮਹਾਰਾਜ ਕਹਿੰਦੇ ਸਰਬਦੀਨ ਜੀ, ਜਿਹੜਾ ਬੰਦਾ ਉੱਚਾ ਬਹਿਣਾ ਸਿੱਖੇ ਉਹ ਡਿੱਗ ਪੈਂਦਾ, ਜਿਹੜੇ ਪਹਿਲਾਂ ਹੀ ਥੱਲੇ ਬੈਠੇ ਉਹਨਾਂ ਡਿੱਗਣਾ ਕੀ ਹੈ। ਇਹੀ ਬਚਨ ਸੀ ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਉ ਕਿਆ ਰੀਸ, ਵੱਡਿਆਂ ਸਿਉ ਕਿਆ ਰੀਸ, ਵੱਡਿਆਂ ਸਿਉ ਕਿਆ ਰੀਸ, ਵੱਡਿਆਂ ਸਿਉ ਕਿਆ ਰੀਸ। ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਪਿਆਰ ਹੈ, ਨਿਮਰਤਾ ਹੈ ਨਾ, ਨਾਨਕ ਉਹਦੇ ਨਾਲ ਹੀ ਰਹਿੰਦਾ। ਤੇ ਮਿੱਤਰੋ ਕਿਸੇ ਦੇ ਨਾਲ ਐਮਐਲਏ ਹੋ ਜੇ, ਮੁੱਖ ਮੰਤਰੀ ਨਾਲ ਫੋਟੋ ਹੀ ਖਿਚਾ ਲੇ ਮੇਰੇ ਵਰਗਾ, ਤੇ ਰਾਤ ਨੂੰ ਘਰ ਦੀ ਨੂੰ ਦਬਕੇ ਮਾਰੀ ਜਾਂਦਾ, ਕਹਿੰਦਾ ਸਾਗ 'ਚ ਲੂਣ ਨਹੀਂ ਪਾਇਆ ਅੱਜ। ਕਿਉਂਕਿ ਇਹ ਕੁਰਸੀ ਦੀ ਈਕੋ ਬੜੀ ਵੱਡੀ ਹੁੰਦੀ ਹੈ। ਕਈ ਬੰਦੇ ਮੈਂ ਵੇਖੇ ਉਹਨਾਂ ਦੇ ਕੋਲ ਤਾਂ ਕੁਛ ਨਹੀਂ ਹੁੰਦਾ, ਫੋਕੀ ਟੌਰ ਹੈ, ਪਰ ਸਾਧ ਸੰਗਤ ਕੋਈ ਬੰਦਾ ਨਾਲ ਖੜੋ ਜੇ ਤੇ ਪੈਰ 2 ਫੁੱਟ ਉੱਚੇ ਹੋ ਜਾਂਦੇ ਧਰਤੀ ਤੋਂ। ਤੇ ਜਿਨ੍ਹਾਂ ਦੇ ਨਾਲ ਬਾਬਾ ਨਾਨਕ ਹੋ ਜੇ ਉਹ ਤਾਂ ਫਿਰ 18 ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ, ਉਹਨਾਂ ਦੀ ਸਾਰੀ ਦੁਨੀਆ ਪਾਣੀ ਭਰਦੀ ਜੇ ਤੂੰ ਮੇਰਾ ਸਭ ਜਗ। ਪਟਵਾਰੀ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਰਾਏ ਬੁਲਾਰ ਮੈਨੂੰ ਦੱਸੋ ਗੱਲ ਕੀ ਹੋਈ ਹੈ, ਇੰਨਾ ਪਿਆਰ ਤੁਸੀਂ ਮੇਰੇ ਬੱਚੇ ਨੂੰ ਕਰ ਰਹੇ ਹੋ, ਉਹ ਵੀ ਰਾਜੇ ਹੋ ਕੇ, ਮੈਨੂੰ ਦੱਸੋ। ਫਿਰ ਦੱਸਣਾ ਕੀਤਾ। ਆਤਤ ਤਪਤੇ ਤੇ ਕੇਸ਼ਾਇਆ, ਮੈਂ ਹੀਰ ਨਿਜ ਦੇ ਦੁਰਾਇਆ। ਕਹਿਣ ਲੱਗੇ ਉਸ ਵੇਲੇ ਬਾਪੂ ਰਾਏ ਬੁਲਾਰ ਜੀ ਕਹਿੰਦੇ ਪਟਵਾਰੀ ਸਾਹਿਬ ਮੈਂ ਚੱਲਿਆ ਆ ਰਿਹਾ ਸੀ, ਸ਼ਹਿਰੋਂ ਹੋ ਕੇ ਆਪਣੇ ਨਗਰ ਨੂੰ ਮੁੜਦਾ ਪਿਆ ਸੀ, ਤੇ ਜਦੋਂ ਮੈਂ ਰਸਤੇ 'ਚ ਲੰਘ ਰਿਹਾ ਸੀ ਤੇ ਮੇਰੇ ਨੇਤਰਾਂ ਨੇ ਤੇਰੇ ਨਾਨਕ ਨੂੰ ਵੇਖਿਆ। ਤੇਰਾ ਨਾਨਕ ਇੱਕ ਦਰਖਤ ਦੀ ਛਾਂ ਥੱਲੇ ਸੁੱਤਾ ਸੀ। ਸੁਨ ਕਰ ਕਾਲੂ ਕਹਿਤ ਭਲਾਜੂ, ਹੋਇਤ ਜਾਨੀ ਜਾਏ ਕਲਾਜੂ। ਉਸ ਵੇਲੇ ਕਹਿੰਦੇ ਹਨ ਕਿ ਕੀ ਦੇਖਿਆ ਭਲਾ। ਰਾਏ ਬੁਲਾਰ ਕਹਿੰਦੇ ਮੈਂ ਦੇਖਿਆ ਇਹਦੇ ਚਿਹਰੇ ਤੇ ਸ਼ੇਸ਼ ਨਾਗ ਨੇ ਛਾਂ ਕੀਤੀ ਹੈ। ਮੈਂ ਡਰ ਗਿਆ, ਮੈਂ ਨੌਕਰ ਨੂੰ ਕਿਹਾ ਕਿ ਛੋਟਾ ਜਿਹਾ ਬੱਚਾ ਮਰ ਗਿਆ ਹੈ,
ਕਿਉਂਕਿ ਸੱਪ ਨਹੀਂ ਬਖਸ਼ਦਾ ਕਿਸੇ ਨੂੰ। ਪਰ ਕਹਿੰਦੇ ਜਦੋਂ ਲਾਗੇ ਗਏ ਉਹ ਸੇਵਾ ਨਿਭਾ ਕੇ ਵਾਪਸ ਮੁੜ ਗਿਆ। ਮੈਂ ਕੱਲ ਵੀ ਕਿਹਾ ਸੀ ਸਾਧ ਸੰਗਤ, 1,84 ਮੇਦਨੀ ਸਭ 84 ਲੱਖ ਜੂਨਾਂ ਸੇਵਾ ਕਰਦੀਆਂ ਪਰ ਬੰਦਾ ਨਹੀਂ ਜੇ ਕਰਦਾ। ਇਹ ਗੁਰੂ ਘਰ ਆ ਕੇ ਵੀ ਚੌਧਰ ਭਾਲਦਾ, ਇੱਥੇ ਵੀ ਲੜਾਈ ਕਰਦਾ। ਹੁਣ ਗੁਰਦੁਆਰੇ ਪਤਾ ਕਿਉਂ ਬਣੇ ਜਿਆਦੇ ਪਿੰਡਾਂ ਚੌਧਰ ਕਰਕੇ ਬਣੇ। ਗੁਰੂ ਘਰ ਨਹੀਂ ਸੀ ਬਣਾਉਣੇ, ਇਹਨੂੰ ਗੁਰਦੁਆਰਾ ਬਣਾਉਣਾ ਸੀ। ਇਹਨੂੰ ਆ ਜਿਹੜਾ ਤੁਹਾਡਾ 6 ਫੁੱਟ ਦਾ ਸਰੀਰ ਹੈ, ਇਹਨੂੰ ਤੇ ਸ਼ੈਤਾਨ ਬਣਾ ਲਿਆ ਆਪਾਂ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕ ਦੇਖੇ, ਕਹਿਣ ਲੱਗੇ ਮੈਂ ਡਰ ਗਿਆ। ਪਰ ਜਦੋਂ ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਸੁਣ ਕਰ ਕਾਲੂ ਕਹਿਤ ਪਲਾਜੂ ਹੋਇਤ ਜਾਨੀ ਜਾਏ ਕਲਾਜੂ। ਕਹਿੰਦੇ ਠੀਕ ਹੈ ਰਾਏ ਜੀ, ਹਜੇ ਬੱਚੇ ਆ, ਜਦੋਂ ਵੱਡੇ ਹੋਣਗੇ ਫਿਰ ਪਤਾ ਲੱਗੂਗਾ। ਉਹ ਕਹਿੰਦਾ ਮੈਨੂੰ ਮੇਰੀਆਂ ਅੱਖਾਂ ਨਾ ਵੇਖ, ਮੈਂ ਕਹਿੰਦਾ ਸਭ ਤੇ ਵੱਡਾ, ਤੇ ਤੂੰ ਅਜੇ ਵੀ ਨਹੀਂ ਮੰਨਣ ਦਿਆ, ਅਜੇ ਵੀ ਕਹਿੰਦਾ ਬੱਚਾ ਹੈ। ਆ ਸ਼ਬਦ ਨਾ ਵਰਤ, ਤੂੰ ਬੜੀ ਬੜੀ ਛੇਤੀ ਸ਼ਬਦ ਵਰਤੀ ਜਾਂਦਾ ਬੱਚਾ ਬੱਚਾ। ਮੈਂ ਤੈਨੂੰ ਪਹਿਲਾਂ ਵੀ ਕਿਹਾ ਹੈ ਵੀ ਗੁਰੂ ਨਾਨਕ ਬੱਚਾ ਨਹੀਂ ਹੈ, ਖੁਦਾ ਦਾ ਨੂਰ ਹੈ, ਖੁਦ ਰੱਬ ਹੈ। ਅਸ ਕਹਿ ਗਇਓ ਅਚਰਤਾ ਧਾਰੀ, ਮਾਇਆ ਮੋਹ ਪ੍ਰਬਲ ਚੈ ਭਾਰੀ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਮਹਿਤਾ ਕਲਿਆਣ ਚੰਦ ਨੂੰ ਰਸ ਨਹੀਂ ਆਇਆ। ਇਹ ਗੱਲ ਪੱਕੀ ਹੈ, ਜਿਹਦੇ ਵਿਹੜੇ 'ਚ ਫਲ ਹੋਵੇ ਕਈ ਵਾਰੀ ਉਹ ਖਾ ਨਹੀਂ ਸਕਦਾ। ਇਹ ਪੱਕੀ ਗੱਲ ਹੈ, ਜਿਹਦੇ ਵਿਹੜੇ 'ਚ ਫਲ ਹੋਵੇ ਉਹ ਖਾ ਨਹੀਂ ਸਕਦਾ। ਇਹ ਫਲ ਮੁਹੱਬਤ ਦਾ ਸੀ, ਪਰ ਮਹਿਤਾ ਕਲਿਆਣ ਦਾਸ ਨੇ ਛਕਿਆ ਨਹੀਂ। ਉਹ ਤੋਂ ਉੱਥੋਂ ਚਲੇ ਗਏ। ਕਹਿੰਦੇ ਠੀਕ ਆ, 7 ਵਚਨ ਰਾਏ ਜੀ, ਮੈਂ ਕਦੇ ਨਹੀਂ ਕੁਛ ਕਹਿੰਦਾ ਇਹਨੂੰ, ਅਜੇ ਚਪੇੜਾਂ ਤਾਂ ਪੈਣੀਆਂ ਅੱਗੇ ਜਾ ਕੇ। ਕਹਿਣਾ ਕਿਉਂ ਨਹੀਂ ਹੈ, ਕਿਉਂਕਿ ਜਿਹੜਾ ਮਾਇਆਧਾਰੀ ਬੰਦਾ ਹੈ ਨਾ, ਉਹਦਾ ਗੁਰੂ ਦੇ ਨਾਲ ਰਿਸ਼ਤਾ ਨਹੀਂ ਜੁੜ ਸਕਦਾ। ਕਿਉਂਕਿ ਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ, ਬੋਲਾ ਸ਼ਬਦ ਨਾ ਸੁਣੀ ਬਰੋਲ। ਉਹ ਸ਼ਬਦ ਨਹੀਂ ਸੁਣ ਸਕਦਾ, ਨਾ ਰਾਸੀ ਆ ਸਕਦਾ ਉਹਨੂੰ, ਕਿਉਂਕਿ ਉਹਦੀ ਸੂਈ ਉੱਥੇ ਹੀ ਟਿਕਣੀ ਹੈ। ਇਸ ਕਰਕੇ ਮਾਇਆ ਪ੍ਰਭਾਵ ਵੀ ਇੰਨਾ ਕੁ ਪਾ ਦਿੰਦੀ। ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਲੇਖੇ ਜੋਖੇ ਦੀ। ਉਹ ਕਹਿੰਦੇ ਜਿੰਨਾ ਛੋਟੇ ਹੋ ਜਾਓਗੇ ਉਨਾ ਰਸ ਲਓਗੇ, ਜਿੰਨਾ ਵੱਡੇ ਹੋਵੋਗੇ ਉਨਾ ਦੁਖੀ ਹੋਵੋਗੇ। ਉਹ ਸਾਖੀ ਕੀ 1-2 ਮਿੰਟ 'ਚ ਫੇਰ ਵਾਪਸ ਆਉਣਾ, ਸਮਾਂ ਵੀ ਨੇੜੇ ਹੋਣ ਵਾਲਾ। ਕਹਿੰਦੇ ਇੱਕ ਰਾਜੇ ਦਾ ਰਾਜ ਸੀ, ਰਾਜਾ ਮਰ ਗਿਆ ਤੇ ਉਹਦਾ ਕੋਈ ਬੱਚਾ ਨਹੀਂ ਸੀ ਅੱਗੇ ਹੈਗਾ। ਤੇ ਉਹਦੇ ਕਰਿੰਦਿਆਂ ਨੇ ਐਲਾਨ ਕੀਤਾ ਵੀ ਜਿਹੜਾ ਇੱਕ ਰਾਤ ਕਬਰ ਦੇ ਵਿੱਚ ਰਹੇਗਾ ਨਾ ਜਿਉਂਦੇ ਜੀ, ਉਹਨੂੰ ਇਹਦੀ ਗੱਦੀ ਦੇਣੀ ਹੈ। ਅਸਲ ਵਿੱਚ ਇਹਦੇ 'ਚ ਰਾਜ ਸੀ। ਅੱਜ ਵੀ ਜਦੋਂ ਆਪਾਂ ਇਲੈਕਸ਼ਨ ਹੁੰਦੀ ਹੈ ਨਾ, ਉਹ ਬੰਦੇ ਚੁਣ ਲੈਂਦੇ ਆ ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ। ਸਾਡਾ ਪੰਜਾਬ ਬਰਬਾਦ ਪਤਾ ਕਿਉਂ ਹੋਇਆ? ਕਿਉਂਕਿ ਜਿਹੜੇ ਬੰਦੇ ਨੂੰ ਅਸੀਂ ਮੰਤਰੀ ਬਣਾਇਆ ਉਹ ਦੂਜੀ 'ਚੋਂ ਫੇਲ ਆ, ਤੇ ਉਹਦੀਆਂ ਪਲੇਟਾਂ ਉਹ ਚੁੱਕਣ ਦਿਆ ਜਿਹਦੇ ਮੋਢੇ ਤੇ 3 ਸਟਾਰ। ਕਿੱਥੋਂ ਭਾਲਦੀਆਂ ਤੁਸੀਂ ਕੈਨੇਡਾ ਅਮਰੀਕਾ ਵਰਗਾ ਥਾਂ? ਵੀ ਜਿਹੜੇ ਬੰਦੇ ਨੂੰ ਕੁਰਸੀ ਦਿੱਤੀ ਉਹਨੂੰ ਸਾਈਨ ਨਹੀਂ ਕਰਨੇ ਆਉਂਦੇ, ਤੇ ਜਿਹੜਾ ਬੰਦਾ ਉਹਦੀ ਪਲੇਟ ਚੁੱਕਣ ਦਿਆ ਚਾਹ ਵਾਲੀ ਡਬਲ MA ਕਰੀ ਫਿਰਦਾ, LLB ਕਰੀ ਫਿਰਦਾ। ਇਹ ਤਰਾਸਦੀ ਹੈ ਸਾਡੇ ਪੰਜਾਬ ਦੀ। ਕਿਉਂਕਿ ਅਸੀਂ ਇਲੈਕਸ਼ਨ ਸਿਲੈਕਸ਼ਨ 2 ਚੀਜ਼ਾਂ ਨੋਟ ਕਰਿਓ। ਮੇਰੇ ਗੁਰੂ ਨਾਨਕ ਨੇ ਕਿਉਂ ਪਰਖਾਂ ਪਾਈਆਂ ਸੀ ਜਦੋਂ ਗੱਦੀ ਦਿੱਤੀ? ਆਪਣਿਆਂ ਨੂੰ ਦੇ ਸਕਦੇ ਸੀ, ਪਰ ਮਹਾਰਾਜ ਨੂੰ ਪਤਾ ਸੀ ਵੀ ਇਸ ਤਖਤ ਤੇ ਮੈਂ ਉਹਨੂੰ ਬਹਾਉਣਾ ਹੈ ਜਿਹੜਾ ਸਾਰਿਆਂ ਨੂੰ ਸਾਂਭ ਸਕਦਾ। ਗੋਇੰਦਵਾਲ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਥੜੇ ਬਣਾਏ। ਭਾਈ ਰਾਮਾ ਜੀ ਤੇ ਆਪਣੇ ਪੁੱਤਰ ਬਾਬਾ ਮੋਹਨ ਮੋਰੀ ਜੀ ਹੋਣੀ ਸਾਰੇ ਸੱਦੇ, ਕਹਿੰਦੇ ਥੜੇ ਬਣਾਓ। ਸਵੇਰੇ ਬਣਾਉਣ ਲੱਗ ਪਿਆ ਕਰਨ, ਸ਼ਾਮਾਂ ਨੂੰ ਮਹਾਰਾਜ ਕਹਿੰਦੇ ਢਾਹ ਦਿਓ। ਫਿਰ ਅਗਲੇ ਦਿਨ ਸਵੇਰੇ ਲੱਗ ਪੈਣ, ਸ਼ਾਮਾਂ ਨੂੰ ਕਹਿਣ ਢਾਹ ਦਿਓ। 4-5 ਦਿਨ ਇਦਾਂ ਹੀ ਕਰਦੇ ਰਹੇ। ਤੇ ਜਿਹੜੇ ਬਾਬਾ ਮੋਹਨ ਮੋਰੀ ਸੀ, ਭਾਈ ਰਾਮਾ ਜਵਾਈ ਸੀ ਵੱਡਾ, ਚੁੱਕ ਕੇ ਕਈ ਮਾਰੀ। ਮਹਾਰਾਜ ਕਹਿੰਦੇ ਬਣਾਉਂਦੇ ਨਹੀਂ, ਕਹਿੰਦੇ ਧੰਨ ਗੁਰੂ ਅਮਰਦਾਸ ਮਾਫੀ ਦਿਓ। ਮਹਾਰਾਜ ਨੂੰ ਕਹਿੰਦੇ ਤੁਹਾਡੀ ਉਮਰ ਵੱਡੀ ਹੋ ਗਈ, ਤੁਹਾਡੇ ਦਿਮਾਗ 'ਚ ਫਰਕ ਪੈ ਗਿਆ। ਜਦੋਂ ਬੰਦਾ ਬੁੱਢਾ ਹੋ ਜੇ ਦਿਮਾਗ ਨਹੀਂ ਕੰਮ ਕਰਦਾ, ਵੀ ਹੋਰ ਇਹਨੂੰ ਫੁੱਲ ਲਾਉਣੇ ਥੜੇ ਨੂੰ, ਵੀ ਸਵੇਰ ਤੋਂ ਸ਼ਾਮਾਂ ਤੱਕ ਬਣਾਈ ਜੇ, ਤਾਂ ਸ਼ਾਮਾਂ ਪੈਂਦੀਆਂ ਢਵਾ ਦਿੰਦੇ ਆ। ਸਾਰੇ ਕਲਪ ਗਏ ਸੀ, ਇੱਕੋ ਰਹਿ ਗਿਆ ਭਾਈ ਜੇਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਨਹੀਂ ਕੁਛ ਬੋਲਿਆ। ਬਾਕੀਆਂ ਨੇ ਤੇ ਕਈਆਂ ਸੁੱਟਤੀਆਂ ਤੇ ਗੁੱਸੇ ਹੋ ਗਏ ਵੀ ਰੋਜ਼ ਹੀ ਢਵਾ ਦਿੰਦੇ ਐ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਸਤਿਗੁਰੂ ਤੁਸੀਂ ਸਿਰ ਤੇ ਹੱਥ ਰੱਖੋ, ਮੈਂ ਤਾਂ ਜਿੰਨੀ ਜੋਗਾ ਬਣਾਉਣਾ ਏ, ਪਰ ਤੇਰੀ ਕਿਰਪਾ ਤੋਂ ਬਿਨਾਂ ਥੜਾ ਨਹੀਂ ਬਣਨਾ।
ਜਦੋਂ ਇੰਨੀ ਨਿਮਰਤਾ ਵੇਖੀ ਤੇ ਮਹਾਰਾਜ ਨੇ ਗਲ ਵਕੜੀ ਪਾ ਲਈ। ਕਹਿੰਦੇ ਬਸ ਭਾਈ ਜੇਠਿਆ ਮੈਂ ਥੜਾ ਨਹੀਂ, ਥੜੇ ਤੇ ਬਹਿਣ ਵਾਲਾ ਲੱਭਦਾ ਸੀ। ਆਖੋ ਸਤਿਨਾਮ। ਉਹੀ ਤਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ, 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 ਉਹਨਾਂ ਗੁਰੂ ਨਾਨਕ ਪਾਇਆ, ਉਹਨਾਂ ਗੁਰੂ ਨਾਨਕ ਪਾਇਆ, ਉਹਨਾਂ ਗੁਰੂ ਨਾਨਕ ਪਾਇਆ, ਉਹਨਾਂ ਗੁਰੂ ਨਾਨਕ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਮਹਾਰਾਜ ਨੇ ਗਲਵਕੜੀ ਪਾਲੀ। ਸਾਰੇ ਬਹਿੰਦੇ ਰਹਿ ਗਏ। ਕਹਿੰਦੇ ਭਾਈ ਜੇਠਿਆ ਅੱਜ ਤੂੰ ਗੁਰੂ ਰਾਮਦਾਸ ਹੋਇਆ, ਬੈਠਾ ਸੋਢੀ। ਤੇ ਅੱਜ ਵੇਖੋ ਗੁਰੂ ਰਾਮਦਾਸ ਦੇ ਘਰ 2 ਘੰਟੇ ਮੱਥਾ ਟੇਕਣ ਨੂੰ ਲੱਗਦੇ ਆ। ਕਾਹਤੋਂ? ਕਿਉਂਕਿ ਉਹਨੇ ਬਚਨ ਕਮਾਇਆ। ਆਪਾਂ ਸੁਣ ਲੈਨੇ ਆ, ਮੱਥਾ ਟੇਕ ਲੈਨੇ, ਪਰ ਕਮਾਇਆ ਨਹੀਂ ਜਾਂਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ? ਸਾਰੇ ਕਹਿੰਦੇ ਜੀ ਧੋਖਾ। ਮਹਾਰਾਜ ਕਹਿੰਦੇ ਮੈਂ ਇਹ ਚੀਜ਼ ਵੇਖੀ, ਇਸ ਲਕਸ਼ਣ ਕੀਤੀ ਹੈ ਕਿ ਜਿਹਦੇ ਅੰਦਰ ਇੰਨੀ ਕੁ ਨਿਮਰਤਾ ਹੋਊਗੀ ਉਹੋ ਹੀ ਇਸ ਤਖਤ ਤੇ ਬਹਿ ਸਕਦਾ। ਕਾਲੇ ਬੰਦੇ ਨੂੰ ਇਹ ਕੁਰਸੀ ਨਹੀਂ, ਇਹ ਤਖਤ ਨਹੀਂ ਦੇਣਾ, ਕਿਉਂਕਿ ਇਹ ਤਖਤ ਗੁਰੂ ਨਾਨਕ ਦਾ ਹੈ। ਇਹਦੇ ਤੇ ਬਹਾਉਣ ਵਾਸਤੇ ਪਹਿਲਾਂ ਪਰਖਾਂ ਹੁੰਦੀਆਂ ਨੇ। ਆ ਸਾਡੀ ਅੱਜ ਬਦਕਿਸਮਤੀ ਹੈ, ਜਿਸ ਕੌਮ ਦੇ ਰਾਜੇ ਨਸ਼ੇ ਵੇਚ ਕੇ ਰਾਤੋਂ ਰਾਤ ਤੇ ਆਪਾਂ ਜਿੱਤਦੇ ਹਾਂ, ਤੇ ਉਹਨਾਂ ਤੋਂ ਆਸ ਕੀ ਰੱਖੋਗੇ? ਜਿਹਦੀ ਜਾੜੀ ਨਸ਼ੇ ਤੋਂ ਸ਼ੁਰੂ ਹੋਈ ਤੇ ਉਹ ਤੁਹਾਨੂੰ ਕੀ ਦੇਵੇਗਾ? 3 ਚੀਜ਼ਾਂ ਨੇ ਪੰਜਾਬ ਬਰਬਾਦ ਕਰਤਾ। ਜਵਾਨੀ ਗੋਰੇ ਲੈ ਗਏ, ਮਾਂ ਪਿਓ ਨੂੰ ਬਿਮਾਰੀਆਂ ਲੈ ਗਈਆਂ। ਅੱਜ ਹੀ ਕੋਈ ਸੱਜਣ ਦਾ ਪਤਾ ਲੈਣ ਗਏ ਤੇ ਇਹੀ ਬਚਨ ਚੱਲਿਆ ਰਸਤੇ 'ਚ। ਮਨ ਬੜਾ ਭਰਿਆ ਵੀ ਵੇਖੋ ਸਮਾਂ ਕਿਦਾਂ ਦਾ, ਵੀ ਇੱਕ ਪਿਓ ਇੱਕ ਮਾਂ ਕਿੰਨੀ ਮਿਹਨਤ ਕਰਕੇ ਬੱਚਾ ਪਾਲਦੀ ਹੈ, ਕਿੰਨੇ ਦੁੱਖ ਝੱਲ ਕੇ ਜਦੋਂ ਪੂਰਾ ਫਲ ਬਣ ਜਾਂਦਾ ਹੈ ਉਦੋਂ ਬਗਾਨਿਆਂ ਨੂੰ ਦੇ ਦਿੰਦੇ। ਉਹ ਬਗਾਨੇ ਲੈ ਗਏ, ਉੱਥੇ ਮੈਰਿਜ ਹੋ ਗਈ, ਨਾ ਅਗਲਿਆਂ ਮੁੜਨਾ, ਨਾ ਆਇਆ ਹੀ ਜਾਣਾ। ਅੱਜ ਮੈਨੂੰ ਲੋੜ ਹੈ ਮੇਰੇ ਬੱਚੇ ਦਾ ਹੱਥ ਮੇਰੇ ਸਿਰ ਥੱਲੇ ਹੋਵੇ, ਅੱਜ ਮੇਰਾ ਸਿਰ ਨੱਪੇ, ਮੈਂ ਤਰਸਦਾ ਮਰ ਜਾਣਾ, ਬੱਚੇ ਨੇ ਆ ਨਹੀਂ ਸਕਣਾ। ਐਦੋਂ ਵੱਡੀ ਤਰਾਸਦੀ ਕੀ ਹੈ ਆਪਣੇ ਵਾਸਤੇ? ਕਾਹਦੀ ਆਜ਼ਾਦੀ ਆਪਣੀ ਕਿ ਇੱਕ ਮਾਂ ਤਰਸਦੀ ਹੋਵੇ ਮੇਰਾ ਪੁੱਤ ਆ ਜੇ, ਮੈਂ ਮਿਲਣਾ ਚਾਹੁੰਦੀ, ਮੇਰੇ ਸਾਹ ਥੋੜੇ ਤੇ ਬੱਚਾ ਆ ਨਾ ਸਕੇ। ਗੋਰੇ ਲੈ ਗਏ ਜਵਾਨੀ, ਮਾਂ ਪਿਓ ਨੂੰ ਬਿਮਾਰੀਆਂ ਤੇ ਬੱਚਿਆਂ ਨੂੰ ਮੋਬਾਈਲ ਖਾ ਗਿਆ। ਇਹ ਸਭ ਤੋਂ ਵੱਡੀ ਤਰਾਸਦੀ ਅੱਜ ਆਪਣੇ ਵਾਸਤੇ। ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਮਾਰੇ ਰਸ ਦੇ ਰਹੇ ਨੇ। ਮੈਂ ਬਚਨ ਕਰ ਰਿਹਾ ਸੀ ਲੇਖੇ ਦਾ, ਰਾਜਾ ਪੂਰਾ ਹੋ ਗਿਆ, ਉਹਨਾਂ ਨੇ ਢੰਡੋਰਾ ਪਿੱਟਿਆ। ਕਹਿਣ ਲੱਗੇ ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਇੱਕ ਰਾਤ ਮੜੀ 'ਚ ਰਵੇ, ਉਹਨੂੰ ਸਵੇਰੇ ਬਹਾਉਣਾ ਤਖਤ ਤੇ। ਹੁਣ ਕਿਹੜਾ ਬੰਦਾ ਜਿਹੜਾ ਮੜੀ 'ਚ ਰਵੇ? ਕੋਈ ਵੀ ਤਿਆਰ ਨਹੀਂ। ਤੇ ਉੱਥੇ ਨਗਰ ਦੇ ਵਿੱਚ ਇੱਕ ਰਹਿੰਦਾ ਸੀ ਪ੍ਰੇਮੀ, ਉਹਦਾ ਵਿਆਹ ਨਹੀਂ ਸੀ ਹੋਇਆ, ਕੋਈ ਬੱਚਾ ਨਹੀਂ, ਕੋਈ ਕੁਛ ਨਹੀਂ ਸੀ ਹੋਇਆ। ਸਿਰਫ ਉਹਦੇ ਕੋਲ ਇੱਕ ਗਧਾ ਸੀ, ਖੋਤਾ, ਉਹਦੇ ਨਾਲ ਆਪਣਾ ਦਿਹਾੜੀ ਧੱਪਾ ਕਰਦਾ ਸੀ। ਤੇ ਉਹਦੇ ਮਨ 'ਚ ਵਿਚਾਰ ਆ ਗਈ, ਕਹਿੰਦਾ ਵੀ ਆਪਣਾ ਕਿਹੜਾ ਅੱਗਾ ਪਿੱਛਾ ਹੈਗਾ, ਅੱਜ ਵੀ ਗਏ ਕੱਲ ਵੀ ਗਏ, ਚੱਲ ਜਾਂਦੇ ਜਾਂਦੇ ਰਾਜ ਤੇ ਲੈ ਕੇ ਵੇਖੀਏ। ਕਿ ਕੁਰਸੀ ਹੁਣ ਸਮਾਂ ਇਲੈਕਸ਼ਨ ਦਾ, ਮੈਂ ਤਾਂ ਥੋੜਾ ਜਿਹਾ ਧਿਆਨ ਦਿਵਾਉਣ ਲੱਗਾ। ਕਹਿੰਦੇ ਚੱਲ ਜਾਂਦੇ ਜਾਂਦੇ ਆਪਾਂ ਵੀ ਵੇਖ ਲਈਏ ਕੀ ਹੁੰਦੀ ਕੁਰਸੀ ਦੀ ਨਸ਼ਾ। ਉਹ ਕਹਿੰਦਾ ਜੀ ਮੈਨੂੰ ਪਾ ਦਿਓ। ਉਸ ਵੇਲੇ ਜਦੋਂ ਸ਼ਾਮਾਂ ਪਈਆਂ ਤੇ ਉਹਨਾਂ ਨੇ ਤਬੂਤ ਲਿਆਂਦਾ, ਤਬੂਤ ਦੇ ਵਿੱਚ ਉਹਨੂੰ ਬੰਦ ਕਰਕੇ ਤੇ ਕਬਰ ਦੇ ਵਿੱਚ ਲੰਮੇ ਪਾਤਾ। ਸਵੇਰੇ ਤਾਜਪੋਸ਼ੀ ਹੋਣੀ ਸੀ, ਇੱਕ ਰਾਤ ਕਬਰ ਦੀ ਸੀ, ਸਾਖੀ ਹੁੰਦੀ ਸਮਝਾਉਣ ਵਾਸਤੇ। ਹੁਣ ਇਹ ਨਾ ਪੁੱਛਿਓ ਵੀ ਕਿੱਥੇ ਸੀ, ਆਖੋ ਸਤਨਾਮ। ਤੇ ਜਦੋਂ ਫਿਰ ਉਹਨੂੰ ਤਬੂਤ ਦੇ ਵਿੱਚ ਪਾਇਆ, ਕਬਰ ਦੇ ਵਿੱਚ ਬੰਦ ਕੀਤਾ, ਤੇ ਉਹ ਫਰਿਸ਼ਤੇ ਆਏ ਰਾਤ ਨੂੰ, ਤੇ ਉਹ ਕਬਰ ਦੇ ਵਿੱਚ ਬੰਦ ਸੀ। ਤੇ ਉਹ ਜਦੋਂ ਉਹਨੇ ਆਏ ਤੇ ਉਹ ਦੇਖੇ, ਤੇ ਉਹ ਕਹਿੰਦੇ ਵੀ ਖੋਲੋ ਕਿਤਾਬ ਵੀ ਲੇਖੇ ਵਾਲੀ, ਇਹਦਾ ਲੇਖਾ ਖੋਲੋ, ਹਿਸਾਬ ਕਿਤਾਬ ਕਰੀਏ।
ਤੇ ਜਦੋਂ ਉਹਨਾਂ ਨੇ ਕਿਤਾਬ ਖੋਲੀ, ਇੱਕ ਕਹਿੰਦਾ ਵੀ ਲੇਖਾ ਕੀ ਕਰਨਾ ਇਹਦਾ, ਵੀ ਵਿਆਹ ਇਹਨੇ ਨਹੀਂ ਕਰਾਇਆ, ਬੱਚਾ ਇਹਦਾ ਕੋਈ ਨਹੀਂ ਹੈ, ਦਿਹਾੜੀ ਧੱਪਾ ਕਰਦਾ, ਇਹਨੇ ਕੀ ਮਾੜੇ ਕਰਮ ਕੀਤੇ ਹੋਣੇ, ਛੱਡੋ ਖਹਿੜਾ। ਕਹਿੰਦੇ ਨਹੀਂ, ਲੇਖੇ ਦੀ ਕਿਤਾਬ ਖੁੱਲਣੀ ਹੈ, ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ। ਉਹ ਲੇਖੇ ਦੀ ਕਿਤਾਬ ਖੋਲੀ ਤੇ ਪਹਿਲਾ ਪੇਜ ਹੀ ਪੜ੍ਹਿਆ ਤੇ ਉੱਤੇ ਲਿਖਿਆ ਕਿ ਇਸ ਬੰਦੇ ਨੇ ਗਧੇ ਨੂੰ ਬੜਾ ਦੁੱਖ ਦਿੱਤਾ, ਵੀ ਗਧਾ ਬਿਮਾਰ ਸੀ ਇਹ ਤਾਂ ਵੀ ਮਿੱਟੀ ਲਾਦਾ ਰਿਹਾ। ਦੂਜੇ ਪੰਨੇ ਤੇ ਲਿਖਿਆ ਸੀ ਵੀ ਗਧੇ ਨੂੰ ਪਿਆਸ ਲੱਗੀ, ਇਹਨੇ ਪਾਣੀ ਨਹੀਂ ਪਿਆਇਆ ਤੇ ਉਦਾਂ ਹੀ ਪਿਆਸੇ ਤੋਂ ਹੀ ਕੰਮ ਲੈਂਦਾ ਰਿਹਾ। ਤੀਜੇ ਪੇਜ ਦੇ ਉੱਤੇ ਲਿਖਿਆ ਸੀ ਵੀ ਕੁਝ ਕਾਰਨ ਕਰਕੇ 2-3 ਦਿਨ ਇਹ ਠੀਕ ਨਹੀਂ ਸੀ ਤੇ ਆਪ ਤੇ ਭੁੱਖਾ ਰਿਹਾ, ਇਹਨੇ ਇਹਨੂੰ ਵੀ ਭੁੱਖਾ ਮਾਰਿਆ। ਉਸ ਵੇਲੇ ਜਦੋਂ ਖੋਤੇ ਦਾ ਖਾਤਾ ਫੋਲ ਕੇ ਤੇ ਉਹਨੂੰ ਕੁੱਟ ਪਈ ਨਾ, ਜਿੰਨੀ ਕੁ ਉਹਦੀ ਸਜ਼ਾ ਬਣਦੀ ਸੀ, ਰਾਤ ਨੂੰ ਉਹਨੂੰ ਕੁੱਟ ਪਈ ਪੂਰੀ। ਜਦੋਂ ਸਵੇਰੇ ਉਹਨਾਂ ਨੇ ਤਬੂਤ ਖੋਲਿਆ, ਰਾਜ ਤੇ ਬਹਾਉਣਾ ਸੀ, ਉਹ ਕਹਿੰਦੇ ਵੀ ਬਾਹਰ ਕੱਢੋ ਇਹਨੂੰ, ਧਵਾਓ। ਉਹ ਤਾਂ ਅਤਰ ਲਈ ਫਿਰਨ, ਗੁਲਾਬ ਲਈ ਫਿਰਨ, ਫੁੱਲ ਲਈ ਫਿਰਨ। ਉਹ ਤਬੂਤ ਚੋਂ ਬਾਹਰ ਨਿਕਲਦਿਆਂ ਸਰ ਦੌੜ ਗਿਆ, ਆਖੋ ਸਤਿਨਾਮ। ਉਹ ਮਗਰ ਭੱਜੇ ਫਿਰਨ। ਉਹ ਕਹਿੰਦੇ ਤਾਜਪੋਸ਼ੀ ਦੇਣੀ, ਕੁਰਸੀ ਤੇ ਬਾਉਣਾ। ਕਹਿੰਦਾ ਰੱਬ ਦਾ ਵਾਸਤਾ ਅਜੇ ਤੇ ਮੇਰਾ ਹੈ ਕੋਈ ਨਹੀਂ, ਇੱਕ ਗਧਾ ਸੀ ਕੋਲੇ ਤੇ ਸਾਰੀ ਰਾਤ ਮੇਰੀ ਪਿੱਠ ਤੇ ਪ੍ਰੈਣੀਆਂ ਮਰਾਉਂਦਾ ਰਿਹਾ। ਲੇਖਾ ਹਿਸਾਬ ਕਰਾ ਕੇ ਜੇ ਮੈਨੂੰ ਰਾਜਾ ਬਣਾਤਾ ਤੇ ਮਰਵਾ ਦੋਗੇ, ਮੈਂ ਏਦਾਂ ਹੀ ਠੀਕ ਹੈ, ਮੈਨੂੰ ਨਾ ਰਾਜਾ ਬਣਾਇਓ। ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ। ਇਸ ਕਰਕੇ ਭਾਈ ਸਭ ਤੋਂ ਵੱਡੀ ਅਮੀਰੀ ਹੈ ਗੁਰੂ ਦੀ ਬਾਣੀ, ਗੁਰੂ ਦਾ ਜਸ ਜੋ ਆਪ ਸੰਗਤਾਂ ਸਰਵਣ ਕਰਦੇ ਹੋ। ਜੋ ਸੁਪਰੇ ਜਿਉ ਪ੍ਰੇਰੈ ਨਿਯੰਤਾ, ਜਿਉ ਜੰਤੀ ਵਸ ਵਾਜਾ ਜਨਤਾ। ਔਰ ਇਸ ਕਰਕੇ ਕਹਿੰਦੇ ਹਨ ਕਿ ਵਾਜਾ ਜਿਹੜਾ ਹੈ ਉਹ ਤਾਂ ਇੱਕ ਰਾਗੀ ਵਜਾ ਸਕਦਾ, ਵਾਜਾ ਆਪਣੇ ਆਪ ਤਾਂ ਵੱਜਣਾ ਨਹੀਂ। ਇਸੇ ਤਰ੍ਹਾਂ ਆਪਣੇ ਅੰਦਰ ਇੱਕ ਵਾਜਾ ਵੱਜ ਰਿਹਾ ਹਵਾ ਦਾ, ਜਿਹਨੂੰ ਮਹਾਰਾਜ ਕਹਿੰਦੇ ਗੁਫਾ ਅੰਦਰ ਹਰ ਜੀਓ, ਗੁਫਾ ਅੰਦਰ ਵਾਜਾ ਵਜਾਇਆ ਵਾਜਾ। 9 ਦੁਆਰੇ 10ਵਾਂ ਗੁਪਤ ਹੈ। ਤੇ ਮੈਂ ਪਰਸੋਂ ਚੌਥ ਵੀ ਜ਼ਿਕਰ ਕੀਤਾ ਸੀ, ਸ੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ, ਨਿੱਕੇ ਘੁੰਮਣਾ ਵਾਲੇ, ਬੜੀ ਪੁੱਜੀ ਹੋਈ ਆਤਮਾ ਸੀ। ਮਹਾਂਪੁਰਖਾਂ ਦਾ ਨਾਂ ਲੈ ਕੇ ਠੰਡ ਪੈ ਜਾਂਦੀ। ਉਹਨਾਂ ਨੂੰ ਕਿਸੇ ਸਿੱਖ ਨੇ ਆਖਿਆ ਸੀ, ਬਾਬਾ ਜੀ 10ਵਾਂ ਦੁਆਰ ਕਿੱਦਾਂ ਖੁੱਲ੍ਹਦਾ? ਇਹ ਸਾਰੇ ਕਹਿੰਦੇ ਆ ਵੀ ਕੋਈ ਕਹਿੰਦਾ ਇੱਥੇ ਆ, ਕੋਈ ਕਹਿੰਦਾ ਨਾਭੀ 'ਚ ਆ। ਇਹ ਜਿਹੜੇ ਅਭਿਆਸੀ ਆ ਸਿੱਖ, ਸਾਰੀ ਰਾਤ ਬਾਣੀ ਪੜ੍ਹਨ ਵਾਲੇ ਐ, ਨਿਮਰਤਾ ਦਾ ਜੀਵਨ ਜੀਣ ਵਾਲੇ ਦਾਨੀ ਪੁਰਸ਼ ਨੇ ਭਲੇ, ਉਹ ਇਸ ਦਰਵਾਜ਼ੇ ਤੱਕ ਜਾਣਾ ਚਾਹੁੰਦੇ ਐ। ਤੇ ਬਾਬਾ ਜੀ ਮੈਂ ਵੀ ਜਾਣਾ, ਮੈਨੂੰ ਦੱਸੋ 10ਵਾਂ ਕਿੱਦਾਂ ਖੁੱਲ੍ਹਦਾ? ਤੇ ਬਾਬਾ ਜੀ ਇੱਦਾਂ ਬੋਰੀ ਤੇ ਬੈਠੇ, ਗੁੱਟ ਫੜ ਕੇ ਤੇ ਹੱਥ ਨੂੰ ਪਲੋਸਣ ਲੱਗ ਪਏ। ਕਿੰਨਾ ਚਿਰ ਹੱਥ ਪਲੋਸੀ ਗਏ। ਕਹਿੰਦੇ ਬਾਬਾ ਜੀ ਮੈਂ ਪੁੱਛਿਆ ਵੀ 10ਵਾਂ ਕਿਵੇਂ ਖੁੱਲ੍ਹਦਾ, ਤੁਸੀਂ ਮੇਰਾ ਹੱਥ ਮਲੀ ਜਾਂਦੇ ਹੋ। ਤੇ ਮਹਾਂਪੁਰਖ ਕਹਿੰਦੇ ਪੁੱਤ ਕੰਮ ਕੀ ਕਰਦਾ ਹੁੰਨਾ? ਕਹਿੰਦਾ ਜੀ ਖੇਤੀਬਾੜੀ। ਕਹਿੰਦੇ ਫਿਰ ਨੱਕਾ ਵੱਧਾ ਕਦੀ? ਬੜੀ ਪਿਆਰੀ ਗੱਲ ਲੱਗੀ, ਮੈਂ ਤਾਂ ਦੂਜੀ ਵਾਰ ਸਾਂਝ ਪਾਉਣ ਲੱਗਾ, ਸੌਖੀ ਸਮਝ ਆਉਂਦੀ, ਜ਼ਿਮੀਂਦਾਰ ਆਪਾਂ ਸਾਰੇ। ਕਹਿੰਦੇ ਨੱਕਾ ਵੱਧਾ ਕਦੇ? ਕਹਿੰਦੇ ਜੀ ਵੱਧਾ। ਕਹਿੰਦੇ ਫਿਰ ਕਿੱਦਾਂ ਬੰਨ੍ਹਦਾ ਹੁੰਦਾ? ਕਹਿੰਦੇ ਜੀ ਮਿੱਟੀ ਪਾ ਕੇ, ਫਿਰ ਪੈਰਾਂ ਨਾਲ ਨੱਪ ਕੇ, ਫਿਰ ਮਿੱਟੀ ਪਾ ਕੇ, ਫਿਰ ਪੈਰਾਂ ਨਾਲ ਨੱਪ ਕੇ। ਕਹਿੰਦੇ ਇੰਨਾ ਕਿਉਂ? ਕਹਿੰਦੇ ਜੀ ਥੱਲਿਓਂ ਦੀ ਭੋਰਾ ਵੀ ਸੀਰ ਨਹੀਂ ਪੈਣੀ ਚਾਹੀਦੀ, ਨਹੀਂ ਤੇ ਸੀਰ ਪੈ ਗਈ ਤੇ ਮੂੰਹਾਂ ਫਿਰ ਟੁੱਟ ਜਾਣਾ ਏ। ਮਹਾਂਪੁਰਖ ਹੱਸ ਪਏ। ਕਹਿੰਦੇ ਜਾ ਤੇਰਾ ਜਵਾਬ ਮਿਲ ਗਿਆ। ਕਹਿੰਦੇ ਬਾਬਾ ਜੀ ਮੈਂ ਪੁੱਛਿਆ 10ਵੇਂ ਤੱਕ ਕਿੱਦਾਂ ਪਹੁੰਚਣਾ, ਜਿੱਥੇ ਆਨੰਦ ਹੈ, ਦੁਨੀਆਦਾਰੀ ਥੱਲੇ ਹੈ? ਮਹਾਂਪੁਰਖ ਕਹਿੰਦੇ 9 ਨੱਕੇ ਬੰਦ ਕਰ ਦੇ, 10ਵਾਂ ਆਪੇ ਹੀ ਖੁੱਲ ਜਾਣਾ। 9 ਨੱਕੇ ਇਹ ਕਿੱਥੇ ਹੁੰਦੇ ਆ? ਕਹਾਣੀ ਜੀ ਆਖਣਾ ਫਿਰ ਬੰਦਾ ਵੇਖ ਹੀ ਲੈਂਦਾ, ਆਖੋ ਸਤਿਨਾਮ। ਖਾਸ ਕਰਕੇ ਜਿੱਦਾਂ ਕਈ ਵਾਰੀ ਹੁੰਦਾ ਨਾ, ਆਪਾਂ ਇੱਦਾਂ ਬੈਠੇ ਪਏ ਸਾਰੇ, ਹੁਣ ਬੋਲਦੇ ਥੋੜ੍ਹਾ ਆਪਾਂ ਸਾਰੇ ਵੇਹਣੇ ਆ ਇੱਕ ਦੂਜੇ ਵੱਲੇ, ਤੇ ਅੰਦਰ ਬੋਲਦਾ ਵਾ, ਅੱਖਾਂ ਵੇਖ ਲੈਂਦੀਆਂ ਵਾ। ਬਾਪੂ ਤੇ ਜਾਣਦੇ ਹੀ ਆ ਵੀ ਆਪਣੇ ਅੰਦਰ ਕੀ ਚੱਲਦਾ। ਤੋ ਮਹਾਰਾਜ ਕਹਿੰਦੇ, ਮਹਾਂਪੁਰਖ ਕਹਿੰਦੇ 9 ਦੇ ਨੱਕੇ ਬੰਦ ਤੇ 10ਵਾਂ ਖੁੱਲ ਜਾਊਗਾ। ਪਰ 9 ਦੇ ਨੱਕੇ ਬੰਦ ਕੋਈ ਸੂਰਮਾ ਹੀ ਕਰ ਸਕਦਾ, ਜਿਹਨੂੰ ਮਾਰੇ ਕਹਿੰਦੇ ਜਿਨ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਬੜਾ ਵੱਡਾ ਸੂਰਮਾ ਚਾਹੀਦਾ ਜਿਹੜਾ ਆਪਣੀਆਂ ਅੱਖਾਂ ਤੇ ਕੰਟਰੋਲ ਕਰੇ। ਨਹੀਂ ਹੁੰਦਾ, ਜਿੰਨਾ ਮਰਜ਼ੀ ਕਰ ਲਓ ਵੇਰ ਕੇ ਫਿਸਲ ਜਾਂਦੀਆਂ।
ਤੋ ਇਸ ਕਰਕੇ ਦੂਜਾ ਕੰਨ ਕਥਾ ਸੁਣਨੀ ਹੋਵੇ ਤੇ ਬਿਮਾਰ ਹੋ ਜਾਂਦੇ ਆ, ਕੀਰਤਨ ਹੋ ਰਿਹਾ ਹੋਵੇ ਤੇ ਕਹਿਣਗੇ ਬਾਬੇ ਹਟਦੇ ਹੀ ਨਹੀਂ ਆ, ਤੇ ਜੇ ਕਿਤੇ ਡੀਜੇ ਲੱਗੇ ਹੋਣ ਨਾ ਫਿਰ ਕਹਿਣਗੇ ਇੱਕ ਆ ਵੀ ਗਾਣਾ ਲਾ ਦੇ, ਹੋਰ ਲਾ ਦੇ। ਤੇ ਫਿਰ ਜ਼ੁਬਾਨ ਦੀ ਗੱਲ ਆ ਗਈ, ਇਹ ਤੇ ਕਰਮਾਂ ਵਾਲੀ ਬੰਦ ਹੁੰਦੀ ਨਹੀਂ ਨਾ। ਚਾਹ ਦਾ ਕੱਪ ਮੁੱਕ ਜਾਂਦਾ, ਬਿਸਕੁਟਾਂ ਦੀ ਥਾਲੀ ਮੁੱਕ ਜਾਂਦੀ, ਪਰ ਜ਼ੁਬਾਨ ਬੰਦ ਨਹੀਂ ਹੁੰਦੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨਾਸਕਾ ਹੈ, ਮੂੰਹ ਹੈ, ਹੱਥ ਪੈਰ ਹੈ, ਗੁਪਤ ਇੰਦਰੀ ਹੈ, ਇਹ 9 ਨੱਕੇ ਜਿਹੜਾ ਕਰਮਾਂ ਵਾਲਾ ਬੰਦ ਕਰ ਗਿਆ ਉਹਦਾ 10ਵਾਂ ਖੁੱਲ੍ਹਣਾ, ਪਰ ਇਹ ਬੰਦ ਨਹੀਂ ਹੁੰਦੇ। ਤਾਂ ਮਹਾਰਾਜ ਆਪ ਹੀ ਕਰ ਸਕਦੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਆਪ ਹੀ ਪੂਰੇ ਸਤਿਗੁਰੂ ਸਿਰ ਤੇ ਹੱਥ ਰੱਖਣ ਤਾਂ। ਇਸ ਕਰਕੇ ਰਾਏ ਬੁਲਾਰ ਜੀ ਕਹਿੰਦੇ ਇਹ ਵਾਜਾ ਉਹ ਪ੍ਰਮਾਤਮਾ ਹੀ ਵਜਾ ਸਕਦਾ, ਦੂਜੇ ਨੂੰ ਸਮਝ ਨਹੀਂ ਆਉਣੀ। ਮੈਂ ਤੇ ਪਿਆਰ ਦੀਆਂ ਗੱਲਾਂ ਸੁਣਾਈਆਂ ਤੇ ਪਟਵਾਰੀ ਸਾਹਿਬ ਚੁੱਪ ਕਰਕੇ ਮੁੜ ਗਏ। ਮੈਂ ਕਿਹਾ ਤੇਰਾ ਨਾਨਕ ਰੱਬ ਹੈ, ਇਹਨੂੰ ਮਾਰੀ ਨਾ, ਇਹਨੂੰ ਝਿੜਕੀ ਨਾ। ਕਹਿੰਦਾ ਕੋਈ ਨਹੀਂ, ਵੱਡਾ ਹੋਵੇਗਾ ਪਤਾ ਲੱਗ ਜਾਏਗਾ, ਚੰਗਾ ਮੈਂ ਚੱਲਦਾ। ਆਖੋ ਸਤਿਨਾਮ। ਤੋ ਇਸ ਕਰਕੇ ਕਹੋ ਕਬੀਰ ਗੂੰਗੇ ਨੇ ਗੁੜ ਖਾਧਾ, ਦੱਸੂ ਕਿੱਦਾਂ। ਹੁਣ ਜਿਹਨੂੰ ਪਿਆਰ ਦਾ ਪਤਾ ਲੱਗਾ ਉਹਨੂੰ ਪਤਾ ਪਿਆਰ ਕੀ, ਦੂਜੇ ਦੇ ਭਾਦਾ ਤਾਂ ਕੁਛ ਨਹੀਂ ਹੈ। ਉਹ ਤਾਂ ਇਹ ਵੀ ਕਹਿ ਦੂ ਵੀ ਤੁਸੀਂ ਰੋਜ਼ ਹੀ ਗੁਰਦੁਆਰੇ ਤੁਰ ਪਏ, ਹੋਇਆ ਕਿਤੇ 15 ਦਹੀਂ ਦੀ ਨਹੀਂ। ਉੱਥੇ ਕੀ ਹੈ, ਕਿਉਂਕਿ ਉਹ ਤਾਂ ਖੇਡ ਹੈ। ਭੁੱਲ ਗਈਆਂ ਖੇਡਾਂ ਸਭ ਜਦੋਂ ਦੀ ਇਹ ਖੇਡ ਲੱਭੀ, ਪਰ ਹਰਾਣੇ ਸਮਝ ਨਹੀਂ ਆਉਂਦੀ। ਹੁਣ ਬਾਪੂ ਰਾਏ ਬੁਲਾਰ ਨੇ ਘੁੱਟ ਕੇ ਛਾਤੀ ਨਾਲ ਲਾਇਆ ਬਾਬੇ ਨਾਨਕ ਨੂੰ। ਜਿਹਨੇ ਇੰਨਾ ਆਨੰਦ ਵੇਖਿਆ ਹੋਵੇ ਉਹਨੇ ਰਸ ਦੀਆਂ ਹੀ ਗੱਲਾਂ ਕਰਨੀਆਂ। ਤੇ ਮੱਖੀ ਜਿਹੜੀ ਹੈ, ਮੱਖੀ ਗੰਦ ਤੇ ਬਹੂ, ਭੌਰਾ ਫੁੱਲ ਤੇ ਬਹਿੰਦਾ ਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਈ ਮਨੁੱਖ ਮੱਖੀ ਵਰਗੇ ਆ। ਉਹਨਾਂ ਦਾ ਸ਼ਲੋਕ ਹੈ, ਪਾਪੀ ਭਗਤ ਨਾ ਹਰ ਪੂਜਾ, ਮੱਖੀ ਚੰਦਨ ਜੈ ਬੇਗੰਧ। ਕਹਿੰਦੇ ਮੱਖੀ ਜਦੋਂ ਬਹੂ ਗੰਦ ਤੇ, ਮੱਖੀ ਨੂੰ ਕੋਈ ਨਹੀਂ ਜੰਮਿਆ ਜਿਹੜਾ ਫੁੱਲ ਤੇ ਬਹਾ ਦੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਮਨੁੱਖਾਂ ਦੇ ਅੰਦਰ ਗੰਦਗੀ ਆ ਨਾ, ਉਹਨਾਂ ਦੇ ਵਿਚਾਰ ਮੈਲੇ ਹੈ, ਜੀਵਨ ਮੈਲਾ ਹੈ, ਉਹ 5-7 ਮਿੰਟ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਕੋਲ ਨਹੀਂ ਬਹਿ ਸਕਦੇ। ਇਹ ਗਰੰਟੀ ਜੇ। ਕਈ ਥਾਵਾਂ ਤੇ ਆਪਾਂ ਘਰਾਂ 'ਚ ਵੀ ਵੇਖਣੇ ਆ, 5 ਮਿੰਟ ਬਾਅਦ ਉਹ ਨਹੀਂ ਬਹਿ ਸਕਦੇ, ਉੱਠ ਜਾਂਦੇ, ਨਾਲ ਦੂਜੇ ਨੂੰ ਵੀ ਕਹਿੰਦੇ ਆ ਜਾ ਬਾਹਰ ਚੱਲਦੇ ਆ, ਬਾਬੇ ਤਾਂ ਲੱਗੇ ਰਹਿਣੇ ਆ। ਭੌਰਾ ਜਦੋਂ ਫੁੱਲ ਤੇ ਬਹਿ ਜਾਂਦਾ, ਉਹ ਫਿਰ ਕੀ ਹੁੰਦਾ, ਸ਼ਾਮਾਂ ਨੂੰ ਸੂਰਜ ਡੁੱਬਦਾ ਤੇ ਫੁੱਲ ਜਿਹੜਾ ਉਹ ਬੰਦ ਹੋ ਜਾਂਦਾ, ਤੇ ਭੌਰਾ ਇੰਨਾ ਕੁ ਮਸਤ ਹੁੰਦਾ ਉਹ ਵਿੱਚੇ ਹੀ ਬੰਦ ਹੋ ਜਾਂਦਾ, ਨਾਲ ਹੀ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਦਾਤੇ ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹਦੇ ਤੇ ਗੁਰੂ ਖੁਸ਼ ਹੋਵੇ ਉਹਦਾ ਹੀ ਗੁਰੂ ਸਾਹਿਬ ਕੋ ਚੌਂਕੜਾ ਵੱਜਦਾ, ਦੂਜਾ ਨਹੀਂ ਜੇ ਬਹਿ ਸਕਦਾ। ਕਿਉਂਕਿ ਮੱਖੀ ਗੰਦਗੀ ਤੇ ਭਾਵੇਂ ਸਾਰਾ ਦਿਨ ਬਹਿ ਜੇ, ਪਰ ਫੁੱਲ ਤੇ ਨਹੀਂ ਬਹਿੰਦੀ ਛੇਤੀ ਕੀਤਿਆਂ। ਤੋ ਇਸ ਕਰਕੇ ਰਾਏ ਬੁਲਾਰ ਜੀ ਦੇ ਨੇਤਰ ਭਰੇ ਹੈ। ਪਟਵਾਰੀ ਸਾਹਿਬ ਥੋੜੇ ਜਿਹੇ ਮਾਇਆ ਵਾਲੇ ਬੰਦੇ ਹੈ, ਮਾਇਆ 'ਚ ਧਿਆਨ ਹੈ। ਹੁਣ ਜਿਹੜਾ ਮਾਇਆ ਧਾਰੀ ਹੈ ਉਹਨੂੰ ਰੱਬ ਦੇ ਪਿਆਰੇ ਕਿੱਥੋਂ ਚੰਗੇ ਲੱਗਣੇ। ਉਹਨੂੰ ਤਾਂ ਕਾਹਲੀ ਪੈਂਦੀ ਵੀ ਦਵ ਦਵ ਇੱਥੋਂ ਚਲਾ ਜਾਵਾਂ। ਉਹ ਚਲੇ ਗਏ ਹਨ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਹਨ ਕਿ ਕੀ ਕਿਸੇ ਤੇ ਦੋਸ਼ ਤੇ ਕੀ ਰੋਸ ਕਰਨਾ, ਉਹਦੀ ਕਿਰਪਾ ਹੀ ਹੈ ਜਿਹਦੇ ਤੇ ਹੋ ਜਾਵੇ। ਸ੍ਰੀ ਨਾਨਕ ਅਨੁਸਾਰੀ ਮਾਇਆ, ਜਸ ਇੱਛਾ ਕਰਹੀ ਤਸ ਛਾਇਆ। ਰਾਏ ਬੁਲਾਰ ਜੀ ਕਹਿੰਦੇ ਪਟਵਾਰੀ ਸਾਹਿਬ ਤੈਨੂੰ ਕੀ ਬਤਾ, ਜਿਹੜੀ ਮਾਇਆ ਪਿੱਛੇ ਤੂੰ ਭੱਜਦਾ, ਇਹ ਤਾਂ ਬਾਬੇ ਨਾਨਕ ਦੇ ਚਰਨਾਂ 'ਚ ਤੁਰੀ ਫਿਰਦੀ ਹੈ। ਜੇ ਸੂਰਜ ਵੱਲ ਨੂੰ ਮੂੰਹ ਕਰਕੇ ਚੱਲੋਗੇ ਪਰਛਾਵਾਂ ਪਿੱਛੇ ਪਿੱਛੇ ਆਊਗਾ, ਸੂਰਜ ਵੱਲ ਨੂੰ ਪਿੱਠ ਕਰ ਦਿਓ ਪਰਛਾਵਾਂ ਅੱਗੇ ਭੱਜੂਗਾ ਸੂਰਜ। ਧੰਨ ਗੁਰੂ ਗ੍ਰੰਥ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਦਾਸੀ ਹੈ ਮਾਇਆ। ਜਨਮ ਸਾਖੀ 'ਚ ਇੱਕ ਛੋਟੀ ਜੀ ਸਾਖੀ ਕਹਿ ਕੇ ਸਮਾਪਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਰਾਵੀ ਦੇ ਕੰਢੇ ਬੈਠੇ, ਕੀਰਤਨ ਹੋ ਰਿਹਾ, ਤੇ ਉੱਥੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਵਜਾਉਂਦੇ ਜਦੋਂ ਨੇਤਰ ਖੋਲ੍ਹੇ ਤੇ ਕੀ ਵੇਖਿਆ, ਸਾਹਮਣੇ ਇੱਕ ਔਰਤ ਖੜੀ ਹੈ ਜਿਹਦਾ ਸਰੂਪ ਬੜਾ ਸੋਹਣਾ, ਸਰੀਰ ਗਹਿਣਿਆਂ ਨਾਲ ਭਰਿਆ ਪਿਆ ਤੇ ਰੰਗ ਰੂਪ ਏਡਾ ਸੁਨੱਖਾ, ਮੋਹ ਲੈਂਦੀ ਹੈ। ਤੇ ਮਹਾਰਾਜ ਦੇ ਨੇਤਰ ਬੰਦ ਸੀ, ਮਹਾਰਾਜ ਸਿਫਤ ਕਰੀ ਗਏ। ਮਰਦਾਨਾ ਕਹਿੰਦਾ ਬਾਬਾ ਉਹ ਕੌਣ ਆ? ਮਹਾਰਾਜ ਕਹਿੰਦੇ ਤੂੰ ਕੀ ਲੈਣਾ, ਤੂੰ ਚੁੱਪ ਕਰਕੇ ਆਪਣਾ ਰਾਗ ਛੇੜ, ਤੂੰ ਉਧਰੋਂ ਕੀ ਲੈਣਾ। ਫਿਰ 5 ਮਿੰਟ 10 ਮਿੰਟ ਬਾਬਾ ਕੌਣ ਹੈ ਇਹ ਕਾਤੋਂ ਖੜੀ ਹੈ?
महाराज कहते माया बेनती करती है कि बाबा जी मैनू भी थोड़ा जिहा टाइम दे दिओ अपने कोले, पर नहीं दे सकते। जे इनू सद लिया तो फिर अपनियां उदासियां नहीं होनियां। आखो सतनाम। ये कोई कारण सी, एक महाराज जी का सिद्धांत सी। भाई मरदाना जी फिर ना टिकिया, साढ़े वास्ते कथा बननी, कहना बाबा किन्नी प्यारी है, कातों धक्के देने, 2 मिनट सद लो। महाराज सच्चे पातशाह कहते ये मोहनी है, जिन्हों भी चिंबड़दी मुड़ के अपने जोगा कर देंदी, किसी जोगा नहीं रहिंदा। कहते बाबा नहीं फिर भी तेरे घर च हर किसी नूं थां मिलदी है। आ ताइयों ते अगले बने बैठी होना। आखो सतनाम। गुरु ग्रंथ साहिब दे अगे गोलका अगे बैठी पहला मिलदी महाराज नूं आके, बाकी काम ते बाद च। आपां भी जिन्ने सारे माया ही है। ईमानदारी नाल हत्थ खड़ा करियो, जिहड़ा रोज़ आके कहंदा महाराज मैनूं तुसीं चाहीदे, मैं नहीं कहंदा कदे। आपां सारे जिद्दां माया ते रब दी शर्त भी लगी। माया कहंदी मैनूं एक गल दसी भगवान, लोकी तैनूं प्यार करदे कि मैनूं? कहंदा भी मैनूं ही करदे आ। मंदिर मेरे, गुरुद्वारे मेरे, मस्जिदां मेरियां, चर्च मेरियां, गिरजा घर मेरे। माया कहंदी नहीं फिर बापू भुलेखे च तूं, प्यार तैनूं नहीं लोग करदे, मैनूं करदे। वो कहंदे ये किदां हो सकदा? तूं दस तेरा कोई स्थान बनिया दुनिया च? सारे मेरे बने हैं। कहंदी फिर एक गल तू भी सुन ला कन खोल के। ठीक है तू तेरे गुरुद्वारे मंदिर गिरजा घर तेरे नां ते बने है, पर जदों उहदे विच संगतां आउंदियां तैनूं मंगिया कदे किसी ने? कदे किसी ने आख्या कि महाराज मैनूं तुसीं चाहीदे दर्शन? कहंदी तेरे घर आके मंगदे ते मैनूं ही आ। कोई कहंदा दुध, कोई पुत्त, कोई वीजा, कोई PR, कोई तंदुरुस्ती, मंगण मैनूं ही दे है। कहंदे मन गए भी तैनूं भी तेरा प्रताप वाकई वड्डा है, पर नहीं कुछ मेरे वो हैगे आ जिहड़े तेरे तो भी उच्चे उठ जाते हैं। गुरु दे संत साधु जिन्हां ने फतेह पाई है। तो इस करके महाराज सच्चे पातशाह महाराज जी दया दे सागर ने आप कृपा की, भ्रम के परदे सतगुर खोले। ते जदों भी मंगिया करो दाता, वो ना मंगीए फिर मंगण जाइए। महाराज सच्चे पातशाह नूं बाबा नंद सिंह दी वर्षी चल रही है। महापुरखां दी ते बाबा जी दे बचन एक दो सांझे करके फतेह बुलावा। महापुरख कहंदे हुंदे सी, कहंदे सिखो छां ना मंगिया करो, दरख्त मंगिया करो, क्योंकि जिहदे वेड़े च दरख्त लग गया छां ते आपे आ जानी है। जदों भी गुरु घर जाने हुन्ने ते दाता ना मंगिया करो, दाते नूं मंग लिया करो, क्योंकि जिहदे घर दाता आ गया दाता तो मगर मगर आपे ही तुरियां फिरनियां। दिंदा दे लैंदे थक पाहे, दिंदा दे लैंदे थक पाहे, दिंदा दे लैंदे थक पाहे, दिंदा दे लैंदे थक पाए। जुगा जुगंतर खाही खाहे, जुगा जुगंतर खाही खाहे, जुगा जुगंतर खाही खाए, जुगा जुगंतर खाही खाए। जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु। फिर संकट जोन गर्भ ना आयो, फिर संकट जोन गर्भ ना आयो, फिर संकट जोन गर्भ ना आयो, फिर संकट जोन गर्भ ना आयो। जपियो जिन अर्जन देव गुरु, 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 जपियो
ਸੰਤਾਂ ਧੰਨ ਹੋਏ ਹੋ। ਜਿਹੜੀ ਘੜੀ ਗੁਰੂ ਸਾਹਿਬ ਦੀ ਗੋਦੀ 'ਚ ਲੰਘ ਜੇ, ਉਸ ਘੜੀ ਵਰਗੀ ਘੜੀ ਕੋਈ ਨਹੀਂ। ਕੋਈ ਹਸਪਤਾਲਾਂ 'ਚ ਰੋਂਦਾ, ਕੋਈ ਕਚਹਿਰੀਆਂ 'ਚ ਤੁਰਿਆ ਫਿਰਦਾ, ਕੋਈ ਬਾਜ਼ਾਰਾਂ 'ਚ ਤੁਰਿਆ ਫਿਰਦਾ, ਪਰ ਬੜੇ ਵੱਡੇ ਭਾਗ ਸਿੱਖੋ ਜਿਹਨੂੰ ਗੁਰੂ ਮਹਾਰਾਜ ਆਪਣੀ ਗੋਦੀ 'ਚ ਥਾਂ ਦੇਣ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿਰ 'ਤੇ ਹੱਥ ਰੱਖਣਾ, ਆਉਣ ਵਾਲਾ ਸਮਾਂ ਚੜ੍ਹਦੀ ਕਲਾ ਦਾ ਬਖਸ਼ਿਸ਼ ਕਰਕੇ ਨਵਾਜਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ